ਰੱਬ ਨੇ ਸਾਨੂੰ ਸਰੀਰ ਦੇ ਜੋ ਅੰਗ ਦਿੱਤੇ ਨੇ ਉਹ ਸਾਰੇ ਹੀ ਅੰਗ ਬਹੁਤ ਮਹੱਤਵਪੂਰਨ ਨੇ, ਲੇਕਿਨ ਕਈ ਵਾਰੀ ਸਾਡੇ ਵੱਲੋਂ ਹੀ ਉਸ ਅੰਗਾਂ ਨੂੰ ਕਹਿ ਲਿਆ ਜਾਵੇ ਤਾਂ ਉਹਨਾਂ ਦੇ ਕੁਝ ਦੁਰਵਰਤੋਂ ਕਰਕੇ, ਕੁਝ ਪ੍ਰੋਡਕਟਸ ਯੂਜ਼ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਹਾਨੀ ਪਹੁੰਚਾਈ ਜਾਂਦੀ ਹੈ। ਦੁਜਾਖੇ ਅੰਨੇ ਨਾ ਬਣੀਏ, ਯਾਨੀ ਸਭ ਕੁਝ ਦੇਖਦੇ ਆ, ਸਭ ਕੁਝ ਸੁਣਦੇ ਆ, ਜਦੋਂ ਚੁੱਪ ਰਹਿ ਜਾਂਦੇ ਆ ਤਾਂ ਫਿਰ ਉਹ ਅੰਨੇ ਹੀ ਗਿਣੇ ਜਾਂਦੇ ਨੇ। ਉਹ ਜਿਹੜੇ ਯੂਐਸ ਵਿੱਚ ਬੈਨ ਹੋ ਚੁੱਕੇ ਨੇ ਪਰ ਆਪਣੇ ਇੰਡੀਆ 'ਚ ਧੜਾ ਧੜ ਵਿਕ ਰਹੇ ਨੇ, ਤੇ ਅਸੀਂ ਤਾਂ ਸਿਰਫ ਇੰਨਾ ਹੀ ਵੇਖਣਾ ਹੁੰਦਾ ਕਿ ਫੋਰਨ ਬ੍ਰਾਂਡ ਹੈ ਤੇ ਚਲੋ ਜੀ ਦਬਾ ਦਬ ਤੇ ਵਰਤ ਲਓ। ਡਾਈ ਇਥਾਨੋਲ ਅਮੀਨ, ਤੁਸੀਂ ਸ਼ੈਂਪੂਜ਼ ਵੀ ਕਈਆਂ 'ਚ ਦੇਖੋਗੇ ਚੀਜ਼ ਲਿਖੀ ਹੁੰਦੀ ਜੇ ਡਾਈਜ਼ ਦੇ ਨਾਲ, ਜਾਂ ਟਰਾਈ ਇਥਾਨੋਲ ਅਮੀਨ। ਇਹ ਭੰਬਲ ਭੂਸਾ ਤਾਂ ਪੈ ਜਾਂਦਾ ਕਿਉਂਕਿ ਵਿਚਾਰੇ ਆਮ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕੀ ਖਰੀਦ ਰਿਹਾ। ਪਹਿਲਾਂ ਹੁੰਦਾ ਸੀ ਸਮਾਂ ਕਿ ਮਾਵਾਂ 18 ਸਾਲ ਤੋਂ ਪਹਿਲਾਂ ਸੁਰਖੀ ਲਾਲੀ ਬਿਲਕੁਲ ਲਾਣ ਵੀ ਨਹੀਂ ਦਿੰਦੀਆਂ ਸੀਗੀਆਂ, ਮਾਵਾਂ ਗੁਰੇਜ਼ ਕਰਦੀਆਂ ਸੀ। ਲੇਕਿਨ ਅੱਜ ਦੀਆਂ ਕੁੜੀਆਂ ਜੇਕਰ ਵੇਖਿਆ ਜਾਵੇ, ਅੱਜ ਸਕੂਲੀ ਬੱਚੇ ਵੀ ਜਿਹੜੇ ਜਾ ਰਹੇ ਨੇ ਉਹ ਵੀ ਸੁਰਖੀ ਲਾਲੀ ਲਾਉਂਦੇ ਹੋਏ ਨਜ਼ਰ ਆਉਂਦੇ ਨੇ। ਇਹਨਾਂ ਵਿੱਚ ਸਿੱਕਾ ਭਾਰੀ ਮਾਤਰਾ ਵਿੱਚ ਹੁੰਦਾ, ਜੇ ਖਾਸ ਤੌਰ ਤੇ ਕੋਲ ਜਾਂ ਕੱਜਲ ਜਿਹੜੇ ਅਸੀਂ ਵਰਤਦੇ ਹਾਂ, ਪਰ ਜਿਹੜੇ ਬਣਾਉਣ ਵਾਲੇ ਨੇ ਉਹ ਸਿਰਫ ਆਪਣਾ ਫਾਇਦਾ ਹੀ ਦੇਖਦੇ ਨੇ, ਕਿੰਨੇ ਫੀਸਦ ਹੋਰ ਵਧਾ ਦਈਏ। ਬਹੁਤ ਸਾਰੀਆਂ ਔਰਤਾਂ ਸਵਾਲ ਕਰਨਗੀਆਂ ਕਿ ਮੈਡਮ ਅਗਰ ਆਹ ਚੀਜ਼ ਅਸੀਂ ਨਹੀਂ ਵਰਤ ਸਕਦੇ, ਮੇਕਅਪ ਸਾਡੇ ਲਈ ਹਾਨੀਕਾਰਕ ਹੈ, ਤਾਂ ਅਸੀਂ ਕੀ ਵਰਤ ਸਕਦੇ ਹਾਂ? ਜੇ ਝਾਤ ਮਾਰੋ ਰਾਜੇ ਮਹਾਰਾਜੇ ਜਾਂ ਉਹਨਾਂ ਸਮਿਆਂ ਵਿੱਚ ਵੀ ਜੋ ਚੀਜ਼ਾਂ ਵਰਤੀਆਂ ਜਾਂਦੀਆਂ ਸਨ, ਉਹ ਇਹੋ ਨੁਸਖੇ ਹੀ ਸਨ ਜਿਹੜੇ ਕੁਦਰਤੀ ਚੀਜ਼ਾਂ ਤੋਂ ਹੀ ਰੰਗ ਕੱਢੇ ਜਾਂਦੇ ਸਨ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਕਸਰ ਹੀ ਹਰ ਹਫਤੇ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੁਝ ਸਵਾਲ ਜੋ ਤੁਹਾਡੇ ਹੁੰਦੇ ਨੇ ਉਹਨਾਂ ਦੇ ਜਵਾਬ ਇਸ ਪ੍ਰੋਗਰਾਮ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਅਜਿਹੇ ਤੱਥ ਮੈਡੀਕਲ ਸਾਇੰਸ ਦੇ ਜੋ ਨੇ, ਜੋ ਐਕਸਪੈਰੀਮੈਂਟ ਕੀਤੇ ਗਏ ਨੇ, ਜੋ ਰਿਸਰਚ ਕੀਤੇ ਗਏ ਨੇ, ਉਨ ਤੱਥਾਂ ਦੇ ਆਧਾਰ ਤੇ ਗੱਲਬਾਤ ਕੀਤੀ ਜਾਂਦੀ ਹੈ। ਅਕਸਰ ਹੀ ਨਵੇਂ ਮੁੱਦਿਆਂ ਨੂੰ ਲੈ ਕੇ, ਅਕਸਰ ਹੀ ਨਵੀਆਂ ਬਿਮਾਰੀਆਂ ਔਰ ਆਏ ਦਿਨ ਜੋ ਅਸੀਂ ਘਰ ਦੇ ਵਿੱਚ ਸੁਣਦੇ ਹਾਂ ਜਾਂ ਵਰਤਦੇ ਹਾਂ, ਉਨ ਚੀਜ਼ਾਂ ਦੇ ਨਾਲ ਸਾਨੂੰ ਕੀ ਨੁਕਸਾਨ ਹੋ ਸਕਦਾ ਹੈ, ਉਹਨਾਂ ਦੇ ਨਾਲ ਸਾਨੂੰ ਕੀ ਫਾਇਦਾ ਹੁੰਦਾ ਹੈ, ਇਨ ਮੁੱਦਿਆਂ ਤੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜੋ ਹੈ ਗੱਲਬਾਤ ਕਰਦੇ ਹਾਂ ਤੇ ਕੁਝ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਾਉਂਦੇ ਹਾਂ। ਉਹ ਜਾਣਕਾਰੀ ਜੋ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਸਾਰਥਕ ਸਾਬਤ ਹੋ ਸਕਦੀ ਹੈ। ਸੋ ਅੱਜ ਵੀ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਕੁਝ ਅਜਿਹੇ ਹੀ ਮੁੱਦੇ ਤੇ ਗੱਲਬਾਤ ਕਰਾਂਗੇ, ਕੁਝ ਅਜਿਹਾ ਹੀ ਟੌਪਿਕ ਅੱਜ ਵੀ ਹੋਵੇਗਾ। ਅਕਸਰ ਰੱਬ ਨੇ ਸਾਨੂੰ ਸਰੀਰ ਦੇ ਜੋ ਅੰਗ ਦਿੱਤੇ ਨੇ ਉਹ ਸਾਰੇ ਹੀ ਅੰਗ ਬਹੁਤ ਮਹੱਤਵਪੂਰਨ ਨੇ, ਲੇਕਿਨ ਕਈ ਵਾਰੀ ਸਾਡੇ ਵੱਲੋਂ ਹੀ ਉਸ ਅੰਗਾਂ ਨੂੰ ਕਹਿ ਲਿਆ ਜਾਵੇ ਤਾਂ ਉਹਨਾਂ ਦੇ ਕੁਝ ਦੁਰਵਰਤੋਂ ਕਰਕੇ, ਕੁਝ ਪ੍ਰੋਡਕਟਸ ਯੂਜ਼ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਹਾਨੀ ਪਹੁੰਚਾਈ ਜਾਂਦੀ ਹੈ। ਆਖਰਕਾਰ ਕਿਸ ਤਰੀਕੇ ਦੇ ਨਾਲ, ਅੱਜ ਅਸੀਂ ਜ਼ਿਕਰ ਕਰਾਂਗੇ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਅੱਖਾਂ। ਸੋ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਜੀ ਦਾ। ਮੈਮ ਬਹੁਤ ਸਵਾਗਤ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇਸ ਵਾਰ ਦਾ ਪ੍ਰੋਗਰਾਮ ਤੇ 100 ਦਾ 100% ਹੀ ਲੋਕਾਂ ਦੀ ਮੰਗ ਤੇ ਹੈ, ਕਿਉਂਕਿ ਬਹੁਤ ਸਾਰੇ ਬਲੱਡ ਪ੍ਰੈਸ਼ਰ ਦੇ ਰੋਗੀ, ਮਾਈਗ੍ਰੇਨ ਦੇ ਰੋਗੀ, ਜਾਂ ਫਿਰ ਜਿਨ੍ਹਾਂ ਨੂੰ ਅੱਖਾਂ ਸੁੱਕੀਆਂ ਜਿਹੀਆਂ ਮਹਿਸੂਸ ਹੁੰਦੀਆਂ ਨੇ, ਡਰਾਈਨੈਸ ਆਫ ਆਈਜ਼, ਤੇ ਉਹ ਸਾਰਾ ਕੁਛ ਦੇ ਸਮੇਤ ਬਹੁਤ ਅਹਿਮ ਜਾਣਕਾਰੀ ਕਿ ਤੁਸੀਂ ਜੋ ਫਾਊਂਡੇਸ਼ਨ ਮਸਕਾਰਾ, ਮੈਨੂੰ ਲੱਗਦਾ ਹੈ ਕਿ ਕੋਈ ਫੇਅਰ ਹੀ ਹੋਣਾ ਜਿਹਨੇ ਨਾ ਕਿਸੇ ਸਾਡੀ ਬੇਟੀ ਨੇ, ਕਿਸੇ ਸਾਡੀ ਭੈਣ ਨੇ ਨਾ ਵਰਤਿਆ ਹੋਵੇ। ਉਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਖੂਬਸੂਰਤ ਜਿਸ ਬਾਰੇ ਕਿਹਾ ਜਾਂਦਾ ਕਿ ਇਹਦੇ ਕੋਲ ਜ਼ਬਾਨ ਤਾਂ ਨਹੀਂ, ਪਰ ਜੋ ਕੁਝ ਇਹਨਾਂ ਨੇ ਕਹਿ ਦੇਣਾ ਨਾ ਉਹ ਕੋਈ ਹੋਰ ਕਹਿ ਹੀ ਨਹੀਂ ਸਕਦਾ। ਮੇਰਾ ਭਾਵ ਹੈ ਅੱਖਾਂ ਤੋਂ। ਬਿਲਕੁਲ ਸਹੀ। ਜਦੋਂ ਖੂਬਸੂਰਤ ਅਸੀਂ ਜਿਹੜੀ ਚੀਜ਼ ਦਾ ਅੰਦਾਜ਼ਾ ਹੀ ਨਹੀਂ ਲਾਉਂਦੇ, ਸੱਚੀ ਦੱਸਿਓ, ਅਸੀਂ ਕੰਮ ਤੇ ਭੱਜਦੇ ਦੌੜਦੇ ਕਿੰਨਾ ਕੁ ਦੇਖਦੇ ਹਾਂ ਅੱਜ ਕਿਹੜੇ ਦਰਖਤਾਂ ਤੇ ਖੂਬਸੂਰਤ ਪੱਤੇ ਨਿਕਲੇ ਨੇ, ਜਾਂ ਅੱਜ ਕਿੰਨੀ ਪਿਆਰੀ ਚਿੜੀ ਇੱਥੇ ਉਹਦੀ ਆਵਾਜ਼ ਸੁਣਾਈ ਦੇ ਰਹੀ ਹੈ, ਤੇ ਕਿ ਮੈਂ ਵੇਖਾਂ ਉਹਦੇ ਕਿਸ ਰੰਗ ਦੇ ਖੰਭ ਨੇ। ਅਸੀਂ ਕੁਝ ਨਹੀਂ ਦੇਖਦੇ। ਜਦੋਂ ਨਜ਼ਰ ਸਾਡੇ ਤੋਂ ਤੁਰ ਜਾਂਦੀ ਹੈ, ਖੋਹ ਲਈ ਜਾਂਦੀ ਹੈ, ਉਦੋਂ ਸਮਝ ਆਉਂਦਾ ਕਿ ਕੀ ਕੁਝ ਸਾਡੇ ਤੋਂ ਖੁੱਸਿਆ। ਸੋ ਇਸੇ ਲਈ ਅੱਜ ਗੱਲ ਕਰਾਂਗੇ ਵਕਤੀ ਅੰਨੇਪਨ ਤੋਂ, ਯਾਨੀ ਜਦੋਂ ਤੁਹਾਡੀ ਇਹ ਨਜ਼ਰ ਵਾਪਸ ਆ ਸਕਦੀ ਹੋਵੇ, ਫਿਰ ਆਪਾਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੀਏ ਤੇ ਉਹਦੇ ਨਾਲੋਂ ਨਾਲ ਅਸੀਂ ਘੱਟੋ ਘੱਟ ਆਪਣੀ ਨਜ਼ਰ ਰਾਹੀਂ ਜੋ ਦੇਖਦੇ ਹਾਂ, ਯਾਨੀ ਅੰਨੇ ਸਜਾਖੇ ਨਾ ਬਣੀਏ ਕਿ ਅਸੀਂ
ਸੁਜਾਖੇ ਅੰਨੇ ਨਾ ਬਣੀਏ, ਯਾਨੀ ਸਭ ਕੁਝ ਵੇਖਦੇ ਆ, ਸਭ ਕੁਝ ਸੁਣਦੇ ਆ, ਜਦੋਂ ਚੁੱਪ ਰਹਿ ਜਾਂਦੇ ਆ ਤਾਂ ਫਿਰ ਉਹ ਅੰਨੇ ਹੀ ਗਿਣੇ ਜਾਂਦੇ ਨੇ। ਉਹ ਵਕਤੀ ਬਿਲਕੁਲ। ਨਹੀਂ ਉਸਦੀ ਅੰਨੇ ਨੇ ਜਿਹੜੇ ਹੂੰ। ਆਵਾਜ਼ ਨਹੀਂ ਸੁਣਨਾ ਜਾਣਦੇ। ਸੋ ਇਸ ਲਈ ਅੱਜ ਸ਼ੁਰੂ ਕਰਦੇ ਆ। ਮੇਰਾ ਖਿਆਲ ਦੇਖੋ ਆਪਾਂ ਦੋਨੋਂ ਹੀ ਜਿਨਸ ਇੱਕੋ ਹੀ ਹੈ, ਤਾਂ ਔਰਤਾਂ ਦੀ ਗੱਲ ਤੋਂ ਹੀ ਸ਼ੁਰੂ ਕਰਦੇ ਆ ਜੀ। ਕਿ ਨਸਕਾਰਾ ਫਾਊਂਡੇਸ਼ਨ ਸਭ ਨੇ ਲਾਣੀ ਲਾਣੀ ਹੈ। ਪਰ ਹੂੰ। ਇੱਕ ਸ਼ਰਤ ਤੇ ਅੱਜ ਦੀ ਜਾਣਕਾਰੀ ਦੇ ਰਹੇ ਹਾਂ ਕਿ ਸਾਨੂੰ ਬਹੁਤ ਵਧੀਆ ਸੁਨੇਹੇ ਤੇ ਸਵਾਲ ਜ਼ਰੂਰ ਪੁੱਛੇ ਜਾਣਗੇ, ਜੀ। ਤਾਂ ਕਿ ਅਸੀਂ ਅਗਲੀ ਵਾਰ ਤੋਂ ਵੀ ਸਭਨਾਂ ਦੇ ਇਸੇ ਤਰ੍ਹਾਂ ਜੋ ਉਹਨਾਂ ਦੀ ਮੰਗ ਹੈ ਉਹਦੇ ਮੁਤਾਬਕ ਹੀ ਪ੍ਰੋਗਰਾਮ ਕਰਦੇ ਰਹੀਏ। ਬਿਲਕੁਲ। ਚੰਗਾ ਲੱਗਦਾ ਨਾ, ਤੁਸੀਂ ਆਪ ਵੀ ਦੱਸੋ ਕਿ ਜਦੋਂ ਅਸੀਂ ਪੂਰੀ ਮਿਹਨਤ ਨਾਲ ਗੱਲ ਕਰਦੇ ਹਾਂ ਉਸੇ ਤਰ੍ਹਾਂ ਦਾ ਸਾਨੂੰ ਰਿਸਪੌਂਸ ਵੀ ਆਵੇ, ਬਹੁਤ ਚੰਗਾ ਲੱਗਦਾ। ਸੋ ਬਿਲਕੁਲ। ਸਾਰੀ ਸਾਂਝਾ ਟੀਵੀ ਦੀ ਟੀਮ ਤੇ ਸਮੇਤ ਮੇਰੇ ਅਸੀਂ ਸਭਨਾਂ ਦਾ ਇਸੇ ਤਰ੍ਹਾਂ ਸਵਾਗਤ ਵੀ ਕਰਦੇ ਹਾਂ ਉਹਨਾਂ ਦੇ ਚੰਗੇ ਚੰਗੇ ਸਵਾਲਾਂ ਦਾ। ਇਸੇ ਹੀ ਤਰ੍ਹਾਂ ਅੱਜ ਦੀ ਗੱਲ ਸ਼ੁਰੂ ਕਰਦੇ ਹਾਂ ਕਿ ਜਦੋਂ ਮੇਕਅਪ ਦੀ ਕੋਈ ਚੀਜ਼ ਚੁੱਕਣੀ ਹੋਵੇ, ਹੂੰ। ਯਾਨੀ ਆਪਾਂ ਅੰਨੇਪਣ ਤੱਕ ਨਾ ਜਾਣਾ ਹੋਏ, ਬਹੁਤ ਨਿੱਕੀਆਂ ਨਿੱਕੀਆਂ ਤੇ ਅਹਿਮ ਗੱਲਾਂ ਨੇ, ਜੇ ਧਿਆਨ ਰੱਖ ਲਈਆਂ ਜਾਣ ਤੇ ਆਪਾਂ ਆਪਣਾ ਬਚਾਅ ਕਰ ਸਕਦੇ। ਪਹਿਲੀ ਚੀਜ਼, ਮਿਆਦ ਜ਼ਰੂਰ ਦੇਖਣੀ ਚਾਹੀਦੀ। ਆਮ ਹੀ ਹੁੰਦਾ ਹੈ ਕਿ ਕੋਈ ਸਾਡੀ ਭੈਣ, ਕੋਈ ਸਾਡੀ ਮਾਂ ਬੇਟੀ ਲੈ ਲੈਂਦੀਆਂ ਨੇ ਜਦੋਂ ਕੋਈ ਲਿਪਸਟਿਕ ਜਾਂ ਇਹੋ ਜਿਹੀ ਜਾਂ ਕੋਈ ਆਈ ਪੈਨਸਿਲ ਜਾਂ ਕੋਈ ਫਾਊਂਡੇਸ਼ਨ, ਉਹਦਾ ਉਦੋਂ ਤੱਕ ਵਰਤੀ ਜਾਂਦੀਆਂ ਨੇ ਜਦੋਂ ਤੱਕ ਕਿ ਆਖਰੀ ਉਹਦਾ ਨਾ ਰਹਿ ਜਾਏ। ਸਗੋਂ ਮੈਂ ਤਾਂ ਇਹ ਵੀ ਦੇਖਿਆ ਕਿ ਕਈ ਉਸ ਨੂੰ ਥੋੜੀ ਹੀਟ ਦੇ ਕੇ ਨਾ ਮੋਮਬੱਤੀ ਦੇ ਉੱਪਰ, ਤੇ ਆਖਰੀ ਜਿਹੜੀ ਅੰਦਰ ਲੱਗੀ ਰਹਿ ਜਾਂਦੀ ਹੈ ਲਿਪਸਟਿਕ ਜਾਂ ਕੱਜਲ, ਉਹਨੂੰ ਵੀ ਬਾਹਰ ਕੱਢ ਕੇ ਪਿੰਨ ਨਾਲ ਤੇ ਉਹ ਵੀ ਵਰਤਣਾ ਚਾਹੁੰਦੇ ਨੇ। ਸੋ ਕਿਰਪਾ ਕਰਕੇ ਪਹਿਲਾਂ ਇਹ ਖਿਆਲ ਰੱਖਿਓ ਕਿ ਐਕਸਪਾਇਰੀ ਡੇਟ, ਜੋ ਕਿ ਜ਼ਿਆਦਾਤਰ ਸਾਲ ਦੀ ਹੁੰਦੀ ਜੇ, ਕਿਸੇ ਹੂੰ। ਕਿਸੇ 1.5 ਸਾਲ ਤੱਕ ਦੀ, ਇਸ ਤੋਂ ਬਾਅਦ ਕਦੇ ਵੀ ਇਹ ਜੋ ਅਸੀਂ ਖਾਸ ਤੌਰ ਤੇ ਮੂੰਹ ਤੇ ਲਾਉਣ ਵਾਲੀ ਕੋਈ ਵੀ ਚੀਜ਼ ਨਹੀਂ ਵਰਤਣੀ ਚਾਹੀਦੀ। ਹੁਣ ਇਹਦੇ ਵਿੱਚ ਇੱਕ ਪੈਰਾਬੈਨ ਨਾਮ ਦੇ ਜੋ ਬਹੁਤ ਸਾਰੇ ਜੋ ਅਸੀਂ ਵਰਤਦੇ ਹਾਂ ਮੇਕਅਪ ਦਾ ਸਮਾਨ ਉਹਦੇ ਵਿੱਚ ਪਿਆ ਹੁੰਦਾ ਜੀ। ਧਿਆਨ ਨਾਲ ਪੜ੍ਹ ਕੇ ਦੇਖਿਓ, ਮੈਨੂੰ ਨਹੀਂ ਪਤਾ ਕਿੰਨੇ ਜਣੇ ਖਰੀਦਣ ਲੱਗਿਆ, ਮੇਰਾ ਖਿਆਲ ਰੰਗ ਹੀ ਵੇਖ ਲੈਂਦੇ ਨੇ ਕਿਹੜਾ ਲੈਣਾ। ਅਸੀਂ ਹੂੰ। ਇਸ ਤੋਂ ਅਗਾਂਹ ਕੁਝ ਵੇਖਦੇ ਹੀ ਨਹੀਂ। ਜ਼ਰੂਰ ਚੈੱਕ ਕਰਿਓ ਕਿ ਉਸ 'ਚ ਪੈਰਾਬੈਨ ਨਾਮ ਲਿਖਿਆ ਜੀ। ਮੈਂ ਦੱਸ ਰਹੀ ਹਾਂ, ਢੇਰਾਂ ਦੇ ਢੇਰ ਨੇ ਇਸ ਵੇਲੇ ਪ੍ਰੋਡਕਟ ਜਿਹੜੇ USA 'ਚ ਬੈਨ ਹੋ ਚੁੱਕੇ ਨੇ, ਪਰ ਆਪਣੇ ਇੰਡੀਆ 'ਚ ਧੜਾ ਧੜ ਵਿਕ ਰਹੇ ਨੇ। ਤੇ ਅਸੀਂ ਤਾਂ ਸਿਰਫ ਇੰਨਾ ਹੀ ਵੇਖਣਾ ਹੁੰਦਾ ਕਿ ਫੋਰਨ ਬ੍ਰਾਂਡ ਹੈ ਤੇ ਚਲੋ ਜੀ ਦਬਾ ਹੂੰ। ਦਬ ਤੇ ਵਰਤ ਲਓ। ਹੂੰ। ਸੋ ਖਿਆਲ ਰੱਖਿਓ, ਜੇ ਪੈਰਾਬੈਨ ਹੋਵੇ, ਇਸ ਕਰਕੇ ਬੈਨ ਹੋਇਆ ਹੈ ਕਿ ਇਹ ਅੰਨੇਪਣ ਦਾ ਕਾਰਨ ਮੰਨ ਲਿਆ ਗਿਆ ਕਿ ਜੇ ਲੰਮੇ ਸਮੇਂ ਤੱਕ ਇਹ ਵਰਤਿਆ ਜਾਂਦਾ ਰਹੇ ਤਾਂ ਇਹ ਵਕਤੀ ਨਹੀਂ, ਕਈ ਵਾਰ ਸਦੀ ਵੀ ਅੰਨਾਪਣ ਵੀ ਕਰ ਦਿੰਦਾ। ਸੋ ਖਿਆਲ ਰੱਖਿਓ ਕਿ ਸਸਤੇ ਮੇਕਅਪ ਦੇ ਵਿੱਚ ਜੇ ਆਪਾਂ ਜਾਂ ਬਾਹਰੀ ਸਮਾਨ ਦੇਖ ਕੇ ਜਿਹੜਾ ਥੋੜਾ ਜਿਹਾ ਵੀ ਸਸਤੇ ਰੇਟ 'ਚ ਮਿਲ ਰਿਹਾ ਹੋਏ, ਉਹਦੇ ਵਿੱਚ ਕਿਉਂਕਿ ਉਹ ਬੈਨ ਹੋ ਚੁੱਕੀ ਚੀਜ਼ ਹੈ, ਉਹਦੀ ਕੀਮਤ ਉਹ ਨਹੀਂ ਮਿਲਦੀ। ਸੋ ਪੈਰਾਬੈਨ ਪੜੇ ਬਗੈਰ, PARABEN ਨਾ ਇਹ ਹੋਵੇ, ਬਿਲਕੁਲ ਸਖਤੀ ਨਾਲ ਖਿਆਲ ਰੱਖਿਓ ਇਹ ਪ੍ਰੋਡਕਟ ਨਹੀਂ ਲੈਣੇ ਚਾਹੀਦੇ। ਫਿਰ ਇੱਕ ਵਾਲਾਂ ਨੂੰ ਰੰਗਣ ਵਾਲੀ ਡਾਈ ਜਾਂ ਕਈ ਕਿਸਮਾਂ ਦੇ ਈਵਨ ਮੇਕਅਪ ਦੇ ਉੱਤੇ ਜਾਂ ਮੋਇਸਚਰਾਈਜ਼ਰ ਵੀ ਜੋ ਅਸੀਂ ਵਰਤਦੇ ਹਾਂ, ਉਹਨਾਂ ਵਿੱਚ ਅਮੋਨੀਆ ਪਾਇਆ ਜਾਂਦਾ ਹੈ। ਹੂੰ। ਤੁਸੀਂ ਵੇਖਦੇ ਹੋਗੇ ਉਸ 'ਚ ਲਿਖਿਆ ਅਮੋਨੀਆ ਫ੍ਰੀ, ਪਰ ਉਹਦੇ ਵਿੱਚ ਤੁਸੀਂ ਹੈਰਾਨ ਹੋਗੇ ਕਿ ਜਦੋਂ ਮੇਕਅਪ ਤੁਸੀਂ ਲਾਉਂਦੇ ਹੋ ਨਾ, ਕਈ ਵਾਰ ਫੇਸ ਪਾਊਡਰ, ਫਾਊਂਡੇਸ਼ਨ, ਉਹਨਾਂ ਵਿੱਚ ਲਿਖਿਆ, ਧਿਆਨ ਨਾਲ ਰੱਖਿਓ, ਦੇਖਿਓ MEATEA ਜਾਂ TEA, ਇਹ ਰਾਈਟ। ਲਫ਼ਜ਼ ਲਿਖੇ ਹੁੰਦੇ ਨੇ, ਉਹ ਜੋ ਜੀ। ਤੁਹਾਨੂੰ ਨਹੀਂ ਪਤਾ ਹੁੰਦੇ ਕਿ ਹਨ ਕੀ। ਸੋ ਹੂੰ। ਮੈਂ ਥੋੜਾ ਜਿਹਾ ਦੱਸਦਿਆਂ ਕਿ ਇਹ ਵੀ ਉਸੇ ਦੇ ਹੀ ਕੰਪਾਊਂਡ ਨੇ ਜਿਨ੍ਹਾਂ ਨੂੰ ਅਸੀਂ ਕਿਉਂਕਿ ਇਹਦੇ ਨਾਲ ਅੰਨੇਪਣ ਦਾ ਖਤਰਾ ਇਹ ਸਾਬਤ ਹੋ ਚੁੱਕਾ, ਬਹੁਤ ਕਈ ਗੁਣਾ ਵੱਧ ਜਾਂਦਾ ਜੇ। ਸੋ ਉਹਦੇ ਵਿੱਚ ਜੇ ਇਹ ਨਾ ਲਿਖਿਆ ਹੋਏ ਤਾਂ ਆਮ ਲੋਕਾਂ ਨੂੰ ਕਈ ਵਾਰ ਸਮਝ ਹੀ ਨਹੀਂ ਆਉਂਦਾ ਕੀ ਲਿਖਿਆ, ਕਿ ਮੋਨੋ ਇਥਾਨੋਲ ਅਮੀਨ ਜਾਂ ਡਾਈ ਇਥਾਨੋਲ ਅਮੀਨ। ਤੁਸੀਂ ਸ਼ੈਂਪੂਜ਼ ਵੀ ਕਈਆਂ 'ਚ ਦੇਖੋਗੇ ਚੀਜ਼ ਲਿਖੀ ਹੁੰਦੀ ਜੇ ਡਾਈਜ਼ ਦੇ ਨਾਲ, ਜਾਂ ਟਰਾਈ ਇਥਾਨੋਲ ਅਮੀਨ। ਇਹ ਭੰਬਲ ਭੂਸਾ ਤਾਂ ਪੈ ਜਾਂਦਾ ਕਿਉਂਕਿ ਵਿਚਾਰੇ ਆਮ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੂੰ। ਖਰੀਦ ਰਿਹਾ, ਕੀ ਹੂੰ। ਲੈ ਰਿਹਾ। ਉਹ ਭਰਮਾਇਆ ਜਾਂਦਾ ਉਹਦੀ ਇਸ਼ਤਿਹਾਰਬਾਜ਼ੀ ਤੋਂ ਬਾਹਰ ਕੀ ਕੁਛ ਲਿਖਿਆ। ਤੇ ਫਿਰ ਮੈਂ ਜਿਵੇਂ ਕਿਹਾ ਕਿ ਜਦੋਂ ਆ ਜਾਂਦਾ ਨਾ ਬਾਹਰ ਲੈ, ਫਿਰ ਤਾਂ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਫੋਰਨ ਦਾ ਸਮਾਨ ਹੈ, ਦਬਾ ਦਬ ਚੱਕੋ। ਹੂੰ। ਕਿਰਪਾ ਕਰਕੇ ਇਹ ਵਾਲੇ ਮੇਕਅਪ ਦੇ ਸਮਾਨ ਜਾਂ ਇਹ ਵਾਲੀ ਡਾਈ ਨਾ ਵਰਤੀ ਜਾਵੇ। ਹੁਣ ਇੱਕ ਹੋਰ ਅਹਿਮ ਚੀਜ਼,
ਮੈਂ ਕਿਸੇ ਕੰਪਨੀ ਦੇ ਵਿਰੁੱਧ ਨਹੀਂ, ਜੇ ਕਿਸੇ ਕੰਪਨੀ ਨੇ ਆਪਣਾ ਨਾਮ ਇਹਦੇ ਆਧਾਰ ਤੇ ਰੱਖ ਲਿਆ ਤਾਂ ਗੱਲ ਵੱਖਰੀ ਜੇ, ਪਰ ਕੋਲ KOHL ਜੇ ਕਿਤੇ ਲਿਖਿਆ ਜੇ, ਖਿਆਲ ਕਰਿਓ ਇਹ ਵੀ ਅਮਰੀਕਾ ਚ ਬੈਨ ਹੋ ਚੁੱਕਿਆ ਜੇ। ਮੈਂ ਸਿਰਫ ਉਹ ਜੋ ਖੋਜ ਸਾਬਤ ਕਰ ਚੁੱਕੀ ਤੇ ਜੋ ਖਬਰ ਛਪੀ ਹੈ ਉਹਦੇ ਹਮ ਆਧਾਰ ਤੇ ਗੱਲ ਕਰ ਰਹੀ ਹਾਂ, ਕਿਉਂਕਿ ਮੈਂ ਆਪ ਇਸ ਖੋਜ ਦਾ ਹਿੱਸਾ ਨਹੀਂ ਸੀ। ਤਾਂ ਕੱਲ ਨੂੰ ਕੋਈ ਵੀ ਕਿੰਤੂ ਪ੍ਰੰਤੂ ਜੇ ਇਸ ਤੇ ਕੋਈ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਉਸ ਖੋਜ ਨੂੰ ਜੋ ਜਿਸ ਲੈਬੋਰੇਟਰੀ ਨੇ ਕੀਤੀ, ਜਿਸ ਸਦਕਾ ਅਮਰੀਕਾ ਚ ਬੈਨ ਹੋਇਆ ਹੈ, ਮੇਰਾ ਖਿਆਲ ਹੈ ਸਾਂਝਾ ਟੀਵੀ ਦੇ ਸਮੂਹ ਟੱਬਰ ਨੂੰ ਜਾਂ ਮੈਨੂੰ ਸਵਾਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਇਹ ਚੀਜ਼ਾਂ, ਜਿਸ ਵਿੱਚ ਸਪਸ਼ਟ ਲਿਖਿਆ ਕਿ ਇਹ ਕੋਲ ਵਿੱਚ ਭਾਰੀ ਮਾਤਰਾ ਵਿੱਚ ਸਿੱਕਾ ਲੱਭਿਆ ਸੀ। ਤਾਂ ਜਿਹੜੇ ਵੀ ਜਿਹੜੇ ਆਈ ਪੈਨਸਿਲਸ ਜਾਂ ਆਈ ਲਾਈਨਰਸ ਇਹ ਵਾਲੇ ਵਰਤ ਰਹੇ ਹੋ, ਇਹ ਬਿਲਕੁਲ ਧਿਆਨ ਰੱਖਿਓ ਕਿ ਤੁਹਾਡੀ ਅੱਖ ਜਾ ਸਕਦੀ ਹੈ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਿਆਨਕ ਤੁਹਾਨੂੰ ਜੋ ਤੁਹਾਡੇ ਸਰੀਰ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਵਾਪਰ ਸਕਦੀਆਂ, ਦੇਖ ਸਕਦੀਆਂ ਨੇ, ਜਿਨ੍ਹਾਂ 'ਚ ਗੁਰਦੇ ਤੱਕ ਫੇਲ ਹੋਣੇ। ਤੋ ਇਹ ਚੀਜ਼ ਨਹੀਂ ਵਰਤਣੀ ਚਾਹੀਦੀ। ਬਿਲਕੁਲ ਇੰਝ ਹੀ ਇੱਕ ਜੋ ਅਮਰੀਕਾ ਦੇ ਵਿੱਚ ਛਪੀ ਨਿਊਜ਼ ਦਾ ਮੈਂ ਹਵਾਲਾ ਦੇ ਰਹੀ ਹਾਂ, ਜਿਸ 'ਚ ਸੀ ਕਿ ਅਰਬਨ ਡੀਕੇ ਪੈਲੇਟ ਜੋ ਕਿ ਬਹੁਤ ਜ਼ਿਆਦਾ ਵਰਤੋਂ ਵਿੱਚ ਆਂਦੀ ਰਹੀ ਹੁਣ ਤੱਕ, ਉੱਥੋਂ ਦੇ ਹੀਰੋ ਹੀਰੋਇਨ ਤੱਕ ਟੀਵੀ ਤੋਂ ਫੇਸ਼ੀਅਲ ਮੇਕਅਪ ਇਮੀਡੀਏਟਲੀ ਜੋ ਡੈਬਿੰਗ ਵੀ ਕਰਦੇ ਉਹਦੇ ਵਿੱਚ ਵਰਤਿਆ ਜਾਂਦਾ ਸੀ। ਬਹੁਤ ਜ਼ਿਆਦਾ ਮਸ਼ਹੂਰ ਇਹ ਮੇਕਅਪ ਦਾ ਇਹ ਸਮਾਨ ਵਿਕਦਾ ਸੀ, ਬੜਾ ਮਹਿੰਗਾ। ਉਹਦੇ ਵਿੱਚ ਜਦੋਂ ਇਹ ਖੋਜ ਹੋਈ, ਲੱਭਿਆ ਗਿਆ ਉਸ ਚ ਕਾਪਰ, ਲੈਡ, ਆਰਸੈਨਿਕ, ਕੈਡਮੀਅਮ ਤਾਂ ਹੀ ਭਾਰੀ ਮਾਤਰਾ ਚ ਜਦੋਂ ਲੱਭੇ, ਫਿਰ ਇਹ ਕਾਫੀ ਵੱਡੀਆਂ ਖਬਰਾਂ ਹੋ ਲੱਗੀਆਂ। ਅੰਨ੍ਹੇਪਣ ਦੇ ਅਸਾਰ ਬਾਰੇ ਇਹਦੇ ਚ ਬਹੁਤ ਡਿਟੇਲ ਵਿੱਚ ਗੱਲ ਹੋਈ ਕਿ ਇਹ ਚੀਜ਼ ਬਿਲਕੁਲ ਵੀ ਨਹੀਂ ਵਰਤਣੀ ਚਾਹੀਦੀ। ਇਹ ਧਿਆਨ ਨਾਲ ਜਿਸ ਚ ਕੋਲ ਲਿਖਿਆ ਹੋਵੇ ਬਿਲਕੁਲ ਨਾ ਵਰਤੋ। ਹਮ ਹੁਣ ਇਹਦੇ ਵਿੱਚ ਇੱਕ ਹੋਰ ਜੋ ਬਹੁਤ ਆਮ ਅੱਜ ਕੱਲ ਪ੍ਰਚਲਿਤ ਸਾਡੀ ਚੀਜ਼ ਦੇਖ ਰਹੇ ਹਾਂ, ਪਰਮਾਨੈਂਟ ਆਈਲੈਸ਼ ਐਂਡ ਆਈਬ੍ਰੋ ਅਸੀਂ ਅੱਜ ਕੱਲ ਦੇਖ ਰਹੇ ਹਾਂ, ਜੀ ਬਹੁਤ ਜ਼ਿਆਦਾ ਪ੍ਰਚਲਿਤ ਨੇ। ਜੀ ਤੋ ਉਹ ਜੋ ਅਸੀਂ ਟੈਨਿੰਗ ਕਰਵਾਉਂਦੇ ਹਾਂ ਵਿਸ਼ਵ ਪੱਧਰ ਤੇ ਕਿ ਪਲਕਾਂ ਦੇ ਵਾਲਾਂ ਤੇ ਪਰਵੱਟਿਆਂ ਤੇ ਪੱਕੇ ਤੌਰ ਤੇ ਰੰਗ ਜੋ ਕਿ ਕਈ ਸਾਲ ਰਹਿ ਜਾਂਦਾ ਹੈ, ਫਿਰ ਉਹਨੂੰ ਦੁਬਾਰਾ ਫਿਰ ਉਸ ਤੋਂ ਬਾਅਦ ਕਰਵਾ ਲੈਂਦੇ ਹਾਂ, ਚੇਂਜ ਕਰਵਾਉਣਾ ਚਾਹੁੰਦੇ ਹਾਂ। ਉਸ ਸੰਬੰਧੀ ਵੀ ਜੋ ਖੋਜ ਛਪੀ ਹੈ ਮੈਂ ਉਸੇ ਦੇ ਹਵਾਲੇ ਨਾਲ ਦੱਸਦੀ ਹਾਂ ਕਿ ਇਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਡਾਈ ਵਰਤੀ ਜਾ ਰਹੀ ਹੈ ਇਸ ਨੂੰ ਇਹਦੇ ਵਿੱਚ ਇਹਨੂੰ ਬਣਾਉਣ ਲਈ, ਉਹਦੇ ਨਾਲ ਅੰਨ੍ਹੇਪਨ ਹੋਣ ਦਾ ਖਤਰਾ 7 ਗੁਣਾ ਵੱਧ ਲੱਭਿਆ ਗਿਆ। ਯਾਨੀ ਵਾਰਨਿੰਗ ਜਾਰੀ ਕੀਤੀ ਹੈ ਕਿ ਇਹ ਹਮ ਡਾਈਜ਼ ਜਦੋਂ ਤੁਸੀਂ ਵਰਤਦੇ ਹੋ ਉਸ ਤੋਂ ਪਹਿਲਾਂ ਧਿਆਨ ਰੱਖ ਲਿਓ ਇਹਨਾਂ 'ਚ ਸਾਰੀਆਂ ਚੀਜ਼ਾਂ 'ਚ ਹੋਣ ਨਾ। ਖਾਸ ਤੌਰ ਤੇ ਜੇ ਤੁਸੀਂ ਇਸ ਤੋਂ ਪਰਹੇਜ਼ ਕਰ ਸਕਦੇ ਹੋ ਤਾਂ ਉਹ ਜ਼ਿਆਦਾ ਬੈਟਰ ਹੈ। ਇਹ ਜੋ ਵਾਰਨਿੰਗ ਜਾਰੀ ਨੇ ਮੈਂ ਉਹਨਾਂ ਦੇ ਉੱਤੇ ਮੇਕਅਪ ਦੇ ਰਿਲੇਟਡ ਉਹੀ ਦੱਸ ਰਹੀ ਹਾਂ। ਹਮ ਫਿਰ ਇੱਕ ਗਲਿਟਰਸ ਬਹੁਤ ਆਮ ਜੇ, ਸਾਡੀਆਂ ਨੌਜਵਾਨ ਬੇਟੀਆਂ ਵੀ ਜਾਂ ਆਪਾਂ ਟੀਵੀ ਐਂਕਰਸ ਵੀ ਹੋਣ ਜਾਂ ਜਿਨ੍ਹਾਂ ਨੇ ਪਰਫਾਰਮ ਕਰਨੇ ਹੁੰਦੇ ਨੇ ਸਟੇਜ ਪਰਫਾਰਮੈਂਸ, ਉਹਨਾਂ ਸਾਰਿਆਂ ਦੇ ਵਿੱਚ ਜਾਂ ਤੁਸੀਂ ਪਾਰਟੀਜ਼ ਵਿੱਚ ਵੀ ਦੇਖਦੇ ਹੋਵੋਗੇ ਗਲਿਟਰਸ ਲਾਣੇ ਬੜੀ ਆਮ ਜੀ ਗੱਲ ਬਣ ਚੁੱਕੀ ਹੈ। ਬਹੁਤ ਸਾਰੇ ਮੇਕਅਪਸ ਦੇ ਵਿੱਚ ਭਾਵੇਂ ਉਹ ਤੁਸੀਂ ਰੂਜ਼ ਹੈ ਜਾਂ ਤੁਸੀਂ ਆਈ ਦੇ ਅਰਾਊਂਡ ਅਬਾਊਟ ਜਿੰਨੇ ਵੀ ਮੇਕਅਪਸ ਕਰਨੇ ਨੇ, ਜਾਂ ਹੁਣ ਉਹ ਛਿੜਕਾ ਹੀ ਕਰ ਦਿੰਦੇ ਨੇ ਵਾਲਾਂ ਤੇ ਜਾਂ ਹਰ ਪਾਸੇ ਕਿ ਗਲਿਟਰਸ ਇਸ ਵੇਲੇ ਵਰਤੋ। ਬਹੁਤ ਸਾਰੇ ਗਲਿਟਰਸ ਵਾਲੇ ਹੁਣ ਮੇਕਅਪ ਦਾ ਸਮਾਨ ਮਿਲਣ ਲੱਗ ਗਿਆ। ਇਹ ਲਿਸ਼ਕ ਵਾਲੇ ਜੋ ਕਣ ਹੁੰਦੇ ਨੇ ਇਹਨਾਂ ਦੇ ਨਾਲ 7 ਕੇਸ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ, ਜਿਨ੍ਹਾਂ ਚੋਂ ਇੱਕ ਹੀਰੋਇਨ ਵੀ ਸੀ ਜਿਹੜੀ ਹੀਰੋਇਨ ਸੀ ਜਿਹੜੀ ਉਹ ਮੇਕਅਪ ਦੇ ਦੌਰਾਨ ਜਿਸ ਨੂੰ ਕਣ ਅੱਖ ਵਿੱਚ ਚਲਾ ਗਿਆ ਤੇ ਉਹਨੂੰ ਰਗੜਨਾ ਪਿਆ ਉਸਨੂੰ, ਤੇ ਜਿਸ ਨਾਲ ਉਸਦੀ ਰੜਕ ਦੇ ਬਾਅਦ ਉਹਦੇ ਕਾਰਨੀਆ ਦੇ ਉੱਤੇ ਸਕ੍ਰੈਚਸ ਪੈ ਗਏ, ਡੈਮੇਜ ਹੋ ਗਿਆ ਸੀ। ਤਾਂ ਉਹਨੂੰ ਆਲਮੋਸਟ ਉਹਦੇ ਨਾਲ ਹੀ ਉਸ ਤਰ੍ਹਾਂ ਦੇ 3 ਹੋਰ ਕੇਸ ਜਿਨ੍ਹਾਂ ਦੀ ਨਜ਼ਰ ਪੂਰੀ ਤਰ੍ਹਾਂ ਜਾ ਚੁੱਕੀ ਹੈ ਇਹ ਵੀ ਰਿਪੋਰਟ ਹੋ ਚੁੱਕੇ ਨੇ। ਤਾਂ ਮੈਂ ਇਸੇ ਕਾਰਨ ਇਹ ਖੋਜ ਦੇ ਉੱਤੇ ਆਧਾਰਿਤ ਜੋ ਗੱਲ ਸੀ ਜੋ ਮੈਡੀਕਲ ਲਿਟਰੇਚਰ ਵਿੱਚ ਵੀ ਦਰਜ ਹੋਈ ਕਿ ਇਹ ਚੀਜ਼ਾਂ ਡੇਂਜਰਸ ਨੇ, ਅੱਖ ਦੇ ਆਲੇ ਦੁਆਲੇ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਅੱਖਾਂ ਤੋਂ ਪਰੇ ਹੀ ਰਵੇ ਤਾਂ ਠੀਕ ਹੈ। ਤੇ ਜੇ ਬਾਈ ਚਾਂਸ ਅੱਖਾਂ 'ਚ ਪੈ ਗਈ ਹੈ ਤਾਂ ਤੁਸੀਂ ਉਹਨੂੰ ਮਲਣ ਦੀ ਬਜਾਏ ਇੱਕਦਮ ਉਹਨੂੰ ਫਟਾਫਟ ਖੁੱਲੇ ਪਾਣੀ ਨਾਲ ਧੋ ਲਵੋ ਤਾਂ ਬੈਟਰ ਰਹਿੰਦੀ ਜੇ। ਬਿਲਕੁਲ ਹੁਣ ਇਹਦੇ ਨਾਲ ਇੱਕ ਨਕਲੀ ਪਲਕਾਂ, ਇਹ ਤੇ ਆਮ ਹੀ ਜੀ ਰੁਝਾਨ ਬਣ ਚੁੱਕਾ ਹੈ, ਮੈਨੂੰ ਲੱਗਦਾ ਕਿ ਹਮ ਬਹੁਤ ਸਾਰੇ ਹੁਣ ਤਾਂ ਇਹ ਵਰਤ ਰਹੇ ਨੇ, ਵਿਰਲਾ ਹੀ ਹੈ ਕੋਈ ਨਾ ਵਰਤਣਾ ਹੋਏ। ਉਹਨਾਂ ਵਿੱਚ ਸਿਰਫ ਉਹ ਪਲਕਾਂ ਜਿਨ੍ਹਾਂ ਦੀ ਗੂੰਦ ਦੇ ਵਿੱਚ ਫਾਰਮੈਲਡੀਹਾਈਡ ਪਿਆ ਹੋਵੇ, ਇਹ
ਬਿਲਕੁਲ ਵੀ ਨਹੀਂ ਵਰਤਣੀ ਚਾਹੀਦੀ। ਪੜ੍ਹ ਲੈਣਾ ਚਾਹੀਦਾ ਉਹਦੇ ਬਾਹਰ ਕੰਪਾਊਂਡ ਵਿੱਚ, ਤੇ ਜੇ ਨਹੀਂ ਲਿਖੇ ਕੰਪਾਊਂਡਸ ਦੀਆਂ ਡਿਟੇਲ, ਉਹ ਨਾ ਖਰੀਦੋ, ਕਿਉਂਕਿ ਇਹਦਾ ਮਤਲਬ ਹੈ ਕਿ ਉਹਦੇ ਵਿੱਚ ਹੋਏਗਾ ਉਹ ਲੁਕਾ ਲਿਆ ਗਿਆ। ਹੂੰ ਹੁਣ ਇਹਦੇ ਵਿੱਚ ਇੱਕ ਫਾਰਮੂਲਾ ਸਾਨੂੰ ਸਭ ਨੂੰ ਪਤਾ ਹੈ ਕਿ ਡੈਡ ਬੋਡੀ ਨੂੰ ਰਿਟੇਨ ਕਰਨ ਲਈ, ਉਹਨੂੰ ਕਿਸ ਤਰ੍ਹਾਂ ਪ੍ਰੀਜ਼ਰਵ ਕਰਨ ਲਈ ਵਰਤਿਆ ਜਾਂਦਾ ਹੈ। ਤਾਂ ਸਮਝ ਸਕਦੇ ਹਾਂ ਜੇ ਅੱਖਾਂ ਦੇ ਵਿੱਚ ਇਹ ਚਲਾ ਜਾਏ, ਜਲਨ ਪੈਦਾ ਕਰੇ, ਤੇ ਇਹ ਸਭ ਕੁਝ ਕਿਸ ਤਰੀਕੇ ਇਹ ਅੰਨੇਪਣ ਤੱਕ ਪਹੁੰਚ ਜਾਂਦੀਆਂ ਨੇ ਗੱਲਾਂ ਹੌਲੀ ਹੌਲੀ, ਜਦੋਂ ਰੈਗੂਲਰ ਤੌਰ ਤੇ ਵਰਤਦੇ ਹੋ। ਹੂੰ ਮੈਂ ਇਹ ਤੱਥ ਜੋ ਸਾਰੇ ਦੱਸੇ ਨੇ ਸਾਂਝੇ ਕਰਦੇ ਹਾਂ ਕਿ ਏਜੰਸੀ ਫਾਰ ਟਾਕਸਿਕ ਸਬਸਟੈਂਸ ਐਂਡ ਡਿਜ਼ੀਜ਼ ਰਜਿਸਟਰੀ, ਜੋ USA ਦੇ ਵਿੱਚ ਇਹ ਹੈ ਰਜਿਸਟਰਡ, ਜਿਨ੍ਹਾਂ ਨੇ ਤੱਥ ਜਾਰੀ ਕੀਤੇ ਨੇ, ਮੈਂ ਸਿਰਫ ਉਹਨਾਂ ਦਾ ਹੀ ਆਧਾਰ ਬਣਾ ਕੇ ਸਭ ਨਾਲ ਇਹ ਗੱਲ ਸਾਂਝੀ ਕੀਤੀ ਹੈ। ਤਾਂ ਮੈਂ ਇਸੇ ਲਈ ਫਿਰ ਦੁਬਾਰਾ ਕਹਿ ਦਿਆਂ ਕਿ ਇਹਦੇ ਵਿੱਚ ਇੱਕ ਵੀ ਹਰਫ ਮੇਰੇ ਵੱਲੋਂ ਜਾਂ ਕਿਸੇ ਸਾਡੇ ਪੂਰੇ ਸਮੂਹ ਪਰਿਵਾਰ ਵੱਲੋਂ ਨਹੀਂ ਦੱਸਿਆ ਗਿਆ। ਜੋ ਛਪ ਚੁੱਕੀਆਂ ਚੀਜ਼ਾਂ ਨੇ, ਜੋ ਮੈਡੀਕਲ ਕੇਸ ਰਿਪੋਰਟ ਹੋ ਚੁੱਕੇ ਨੇ, ਜਿਨ੍ਹਾਂ ਤੇ ਖੋਜ ਹੋਈ ਹੈ, ਸਿਰਫ ਉਸੇ ਦੇ ਉੱਤੇ ਆਧਾਰ ਬਣਾ ਕੇ ਅਸੀਂ ਇਹ ਗੱਲਾਂ ਸਾਂਝੀਆਂ ਕੀਤੀਆਂ। ਤਾਂ ਕਿਸੇ ਕੰਪਨੀ ਵਿਸ਼ੇਸ਼ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ ਕਿ ਉਹ ਬਿਲਕੁਲ ਕੀ ਬਣਾ ਰਹੀਆਂ ਨੇ ਜਾਂ ਨਹੀਂ ਬਣਾ ਹੂੰ ਰਹੀ। ਅਸੀਂ ਸਿਰਫ ਬਿਲਕੁਲ ਜੋ ਖੋਜਾਂ ਹੋਈਆਂ, ਮੇਰਾ ਖਿਆਲ ਹੈ ਤੁਸੀਂ ਵੀ ਸਹਿਮਤ ਹੋ ਕਿ ਅਸੀਂ ਸਿਰਫ ਬਿਲਕੁਲ ਉਹਦੇ ਤੱਥ ਸਾਂਝੇ ਕਰ ਰਹੇ ਹਾਂ ਕਿ ਇਹ ਚੀਜ਼ਾਂ ਵਾਪਰ ਰਹੀਆਂ ਨੇ। ਤਾਂ ਜੇ ਸਾਡੀਆਂ ਭੈਣਾਂ ਬਚ ਸਕਣ ਇਸ ਅੰਨ੍ਹੇਪਣ ਤੋਂ, ਕਿਉਂਕਿ ਹੁਣ ਤਾਂ ਮੇਕਅਪ ਤੁਹਾਨੂੰ ਪਤਾ ਹੈ ਕਿ ਜੀ ਹਰ ਮੇਲ ਆਰਟਿਸਟ ਦਾ ਵੀ ਹੁੰਦਾ ਜੀ, ਤੋਂ ਸਾਰੇ ਹੀ ਜਣੇ ਇਸ ਹੂੰ ਤੋਂ ਅਸੀਂ ਪੀੜਤ ਹੋ ਸਕਦੇ ਹਾਂ। ਇਸ ਹੂੰ ਕਾਰਨ ਇਹ ਚੀਜ਼ਾਂ ਜਿੰਨੀਆਂ ਵੀ ਮੈਂ ਦੱਸੀਆਂ ਇਹਨਾਂ ਬਹੁਤ ਅਹਿਮ ਜਾਣਕਾਰੀ ਹੈ। ਜੇ ਆਪਾਂ ਇਹਨਾਂ ਤੋਂ ਬਚਾਅ ਕਰ ਸਕਦੇ ਹੋਈਏ ਤਾਂ ਆਪਣੀਆਂ ਅੱਖਾਂ ਨੂੰ ਲੰਮੇ ਸਮੇਂ ਤੱਕ ਤੰਦਰੁਸਤ ਰੱਖ ਸਕਦੇ ਹਾਂ। ਬਿਲਕੁਲ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਦੇ ਲਈ ਦਰਸ਼ਕਾਂ ਨੂੰ ਸੁਚੇਤ ਕਰਨਾ, ਕਿਉਂਕਿ ਅੱਜ ਦਾ ਸਮੇਂ ਦਾ ਜੇਕਰ ਜ਼ਿਕਰ ਕੀਤਾ ਜਾਵੇ, ਕੁੜੀਆਂ ਮੈਂ ਕਹੂੰਗੀ ਪਹਿਲਾਂ ਹੁੰਦਾ ਸੀ ਸਮਾਂ ਕਿ ਮਾਵਾਂ 18 ਸਾਲ ਤੋਂ ਪਹਿਲਾਂ ਸੁਰਖੀ ਲਾਲੀ ਬਿਲਕੁਲ ਲਾਣ ਵੀ ਨਹੀਂ ਦਿੰਦੀਆਂ ਸੀਗੀਆਂ, ਮਾਵਾਂ ਗੁਰੇਜ਼ ਕਰਦੀਆਂ ਸੀ। ਲੇਕਿਨ ਅੱਜ ਦੀਆਂ ਕੁੜੀਆਂ ਜੇਕਰ ਵੇਖਿਆ ਜਾਵੇ, ਅੱਜ ਸਕੂਲੀ ਬੱਚੇ ਵੀ ਜਿਹੜੇ ਜਾ ਰਹੇ ਨੇ ਉਹ ਵੀ ਸੁਰਖੀ ਲਾਲੀ ਲਾਉਂਦੇ ਹੋਏ ਨਜ਼ਰ ਆਉਂਦੇ ਨੇ। ਸੋ ਕਿਤੇ ਨਾ ਕਿਤੇ ਮੇਕਅਪ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ, ਇਸੇ ਕਰਕੇ ਮਾਰਕੀਟ ਵੀ ਲਗਾਤਾਰ ਗਰੋ ਕਰਦੀ ਹੋਈ ਵੀ ਸਾਨੂੰ ਇਸ ਦੇ ਵਿੱਚ ਨਜ਼ਰ ਆ ਰਹੀ ਹੈ। ਲੇਕਿਨ ਇਹ ਚੀਜ਼ਾਂ ਅਸੀਂ ਸੋਚ ਹੀ ਨਹੀਂ ਸਕਦੇ ਕਿ ਜਿਹੜੀ ਚੀਜ਼ਾਂ ਅਸੀਂ ਵਰਤੋਂ ਦੇ ਵਿੱਚ ਲੈਨੇ ਆ, ਭਾਵੇਂ ਕਿ ਮੇਰੀ ਸਹੇਲੀ ਨੇ ਆ ਬ੍ਰਾਂਡ ਖਰੀਦਿਆ, ਆ ਸੋਚ ਕੇ ਦੂਜੀ ਕੁੜੀ ਖਰੀਦ ਲੈਂਦੀ ਹੈ ਕਿ ਮੈਂ ਵੀ ਇਹੋ ਬ੍ਰਾਂਡ ਖਰੀਦਣਾ ਕਿਉਂਕਿ ਮਹਿੰਗਾ ਬ੍ਰਾਂਡ ਹੈ, ਤੇ ਘਰਦਿਆਂ ਨੂੰ ਫੋਰਸ ਵੀ ਕੀਤਾ ਜਾਂਦਾ ਵੀ ਨਹੀਂ ਅਸੀਂ ਇਸੇ ਦਾ ਮੇਕਅਪ ਖਰੀਦਣਾ। ਲੇਕਿਨ ਉਹ ਕਿੰਨਾ ਕੁ ਹਾਨੀਕਾਰਕ ਹੋ ਸਕਦਾ, ਕਿੰਨਾ ਕੁ ਨੁਕਸਾਨਦੇਹ ਹੋ ਸਕਦਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਤਕਲੀਫਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਰਨੀਆਂ ਪੈ ਸਕਦੀਆਂ। ਇਸ ਦੇ ਲਈ ਦਰਸ਼ਕਾਂ ਨੂੰ ਸਿਰਫ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਸਾਡਾ ਮਕਸਦ ਹੈ ਸੁਚੇਤ ਕਰਨਾ ਕਿ ਤੁਸੀਂ ਜਿਹੜੀਆਂ ਚੀਜ਼ਾਂ ਵਰਤ ਰਹੇ ਹੋ ਸਕਦਾ ਕਿ ਉਹ ਚੀਜ਼ਾਂ ਤੁਸੀਂ ਵਧੀਆ ਵੀ ਵਰਤ ਰਹੇ ਹੋ, ਕਿਉਂਕਿ ਬਹੁਤ ਸਾਰੇ ਵਧੀਆ ਚੀਜ਼ਾਂ ਵੀ ਮਾਰਕੀਟ ਦੇ ਵਿੱਚ ਆਈਆਂ ਹੋਣ, ਲੇਕਿਨ ਸਾਡਾ ਸੁਚੇਤ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਇੱਕ ਸਵਾਲ ਪੁੱਛਣਾ ਚਾਹੂੰਗੀ ਮੈਮ, ਕਿਉਂਕਿ ਮੈਂ ਆਪਣਾ ਹੀ ਇੱਕ ਜ਼ਿਕਰ ਕਰਦੀ ਹਾਂ, ਤੁਸੀਂ ਗੱਲ ਕਰ ਰਹੇ ਹੋ, ਅਸੀਂ ਸੋਚ ਵੀ ਨਹੀਂ ਸਕਦੇ ਚੀਜ਼ਾਂ ਅਜਿਹੀਆਂ ਚੀਜ਼ਾਂ ਵਾਪਰਦੀਆਂ ਨੇ। ਮੇਰੀ ਕਾਲਜ ਟਾਈਮ ਦੀ ਜ਼ਿਕਰ ਦਾ ਗੱਲ ਹੈ, ਜਿਸ ਟਾਈਮ ਮੇਰਾ ਕਾਫੀ ਸਿਰ ਦਰਦ ਹੁੰਦਾ ਸੀਗਾ ਤੇ ਮਾਪਿਆਂ ਨੂੰ ਲੱਗਿਆ ਕਿ ਸ਼ਾਇਦ ਨੰਬਰ ਵੱਧ ਗਿਆ ਹੋਣਾ ਹੈ, ਕਿ ਮੋਬਾਈਲ ਤੇ ਰਹਿਣਾ, ਸਕਰੀਨ ਤੇ ਰਹਿਣਾ, ਕਿਤਾਬਾਂ 'ਚ ਰਹਿਣਾ, ਤੇ ਹੋ ਸਕਦਾ ਨੰਬਰ ਵੱਧ ਗਿਆ ਹੋਣਾ। ਜਿਸ ਵੇਲੇ ਡਾਕਟਰ ਨੂੰ ਆਈਸ ਸਰਜਨ ਨੂੰ ਜਿਸ ਟਾਈਮ ਕੰਟੈਕਟ ਕੀਤਾ, ਆਈ ਸਪੈਸ਼ਲਿਸਟ ਨੂੰ ਕੰਟੈਕਟ ਕੀਤਾ, ਤਾਂ ਉਹਨਾਂ ਨੇ ਮੈਨੂੰ ਕਾਜਲ ਲਾਉਣ ਤੋਂ ਬਿਲਕੁਲ ਮਨਾ ਕਰ ਦਿੱਤਾ। ਉਹਨਾਂ ਨੇ ਉਸ ਵੇਲੇ ਜ਼ਿਕਰ ਕੀਤਾ ਕਿ ਕਾਜਲ ਲਾਉਣ ਦੇ ਨਾਲ ਸਿਰ ਦੇ ਵਿੱਚ ਦਰਦ ਹੁੰਦਾ। ਕਿ ਅਜਿਹੀਆਂ ਚੀਜ਼ਾਂ ਨੇ ਜਿਹੜੀ ਮਿਗਰੇਨ ਹੈ, BP ਹੈ, ਕਿਉਂਕਿ ਇਹ ਚੀਜ਼ਾਂ ਕਈਆਂ ਜਾਂਦੀਆਂ ਨੇ ਕਿ ਜਿਹੜਾ ਆਪਾਂ ਕਜਲ ਵਗੈਰਾ ਯੂਜ਼ ਕਰਦੇ ਆ ਉਹਦੇ ਨਾਲ ਸਿੱਧਾ ਦਿਮਾਗ ਤੇ ਅਸਰ ਪੈਂਦਾ, ਸਿਰ ਤੇ ਅਸਰ ਪੈਂਦਾ। ਦੇਖੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਵਿੱਚ ਸਿੱਕਾ ਭਾਰੀ ਮਾਤਰਾ ਵਿੱਚ ਹੁੰਦਾ, ਜੇ ਖਾਸ ਤੌਰ ਤੇ ਕੋਲ ਜਾਂ ਕੱਜਲ ਜਿਹੜੇ ਅਸੀਂ ਵਰਤਦੇ ਹਾਂ, ਇਹ ਕਾਫੀ ਖਤਰਨਾਕ ਜੇ, ਨਾ ਸਿਰਫ ਬਲੱਡ ਪ੍ਰੈਸ਼ਰ ਬਲਕਿ ਗੁਰਦੇ ਦੇ ਰੋਗ ਵੀ ਤੇ ਹੋਰ ਵੀ ਬਹੁਤ ਕੁਝ, ਦਿਮਾਗ ਦੇ ਉੱਤੇ ਅਸਰ ਪੈਣਾ, ਸਾਡੀ ਹੱਥ ਪੈਰ ਕੰਬਣ ਲੱਗ ਜਾਣੇ, ਲਿਖਾਈ 'ਚ ਗੜਬੜੀ, ਸੋਚਣ ਸਮਝਣ 'ਚ, ਕੋਗਨੀਟਿਵ ਬਿਹੇਵੀਅਰ 'ਚ ਬਹੁਤ ਕੁਝ ਇਹਦੇ ਨਾਲ ਸਾਡੇ ਨੁਕਸ ਵੇਖੇ ਗਏ ਨੇ। ਸੋ ਇਸੇ ਲਈ ਇਹ ਰੂਟੀਨ ਤੇ ਜਦੋਂ ਅਸੀਂ ਵਰਤਦੇ ਹਾਂ, ਉਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਹੋਣਾ ਚਾਹੀਦਾ ਕਿ ਕਿਹੜੀਆਂ ਵਰਤ ਰਹੇ, ਇਹਨਾਂ ਦੇ ਕੀ ਸਾਈਡ ਇਫੈਕਟ ਨੇ। ਤੇ ਇਸੇ ਲਈ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਕਿ ਦੱਸ ਸਕੀਏ ਇਹ ਆਮ ਜੀਆਂ ਚੀਜ਼ਾਂ ਵਰਤਣ ਵਾਲੀਆਂ ਵੀ ਕਿਵੇਂ ਖਤਰਨਾਕ ਹੌਲੀ ਹੌਲੀ ਸਾਬਤ ਹੋ ਜਾਂਦੀਆਂ ਨੇ। ਪਰ ਜਿਹੜੇ ਬਣਾਉਣ ਵਾਲੇ ਨੇ ਉਹ ਸਿਰਫ ਆਪਣਾ ਫਾਇਦਾ ਹੀ ਦੇਖਦੇ ਨੇ, ਕਿੰਨੇ ਫੀਸਦ ਹੋਰ ਵਧਾ ਦਈਏ, ਕੀ ਕੁਛ ਇਸ਼ਤਿਹਾਰਬਾਜ਼ੀ ਕਰੀਏ ਕਿ ਇਹਦੀ ਵਰਤੋਂ ਵੱਧ ਹੋਵੇ। ਸੋ ਉਹ ਮੇਰੀ ਤਾਂ ਸਗੋਂ ਬੇਨਤੀ ਹੈ ਕਿ ਜਿਹੜੇ ਨਾਮਵਰ ਫਿਲਮਾਂ ਵਾਲੇ ਵੀ ਜੋ ਸ਼ਾਮਲ ਹੋ ਜਾਂਦੇ ਨੇ, ਜਾਂ ਹੋਰ ਵੀ ਕੋਈ ਖਿਡਾਰੀ ਸਾਡੇ ਕੁਛ ਇਹੋ ਜਿਹੀ ਜਦੋਂ ਚੀਜ਼ ਦੀ ਪ੍ਰਮੋਸ਼ਨ ਕਰਦੇ ਨੇ, ਜੀ ਜ਼ਰੂਰ ਝਾਤ ਮਾਰ ਲੈਣ ਕਿ ਉਹਨਾਂ ਦੇ ਇਸ ਤਰੀਕੇ ਦੀ ਇਸ਼ਤਿਹਾਰਬਾਜ਼ੀ ਨਾਲ
ਜੇ ਬਹੁਤ ਭਾਰੀ ਮਾਤਰਾ ਵਿੱਚ ਸਾਡੀਆਂ ਬੇਟੀਆਂ ਜਾਂ ਸਾਡੀਆਂ ਭੈਣਾਂ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੀਆਂ ਹੋਣ, ਮੇਰਾ ਖਿਆਲ ਹੈ ਗੁਰੇਜ਼ ਕਰਨੇ ਚਾਹੀਦੇ ਨੇ ਇਹੋ ਜਿਹੇ ਪ੍ਰੋਡਕਟਸ ਤੋਂ। ਬਲਕਿ ਜਾਂ ਤੇ ਨਾਲ ਇਹ ਵਾਰਨਿੰਗ ਜਾਰੀ ਕੀਤੀ ਜਾਏ ਕਿ ਇਹ ਚੀਜ਼ਾਂ ਨਾ ਹੋਣ। ਜਦੋਂ ਪਤਾ ਹੀ ਲੱਗ ਗਈ ਇਹ ਚੀਜ਼ਾਂ ਖਰਾਬ ਕਰਦੀਆਂ ਨੇ, ਤਾਂ ਕਿਉਂ ਹੀ ਅਸੀਂ ਵਰਤਣੀਆਂ ਨੇ? ਕਿਉਂ ਹੀ ਇਹ ਸਿਰਫ ਸਸਤੇ ਕਾਰਨ, ਜਾਂ ਵੀ ਇੰਨੇ ਮੈਂ ਹੁਣ 40% ਆਫ ਹੈ, ਇਹ ਸਭ ਤੋਂ ਭਿਆਨਕ ਚੀਜ਼ ਹੁੰਦੀ ਜੇ ਮੈਂ ਪਹਿਲਾਂ ਹੀ ਵਾਰਨ ਕਰ ਦਿਆਂ। ਬਹੁਤ ਸਾਰੇ ਮੇਕਅਪ ਦੇ ਪ੍ਰੋਡਕਟਸ ਦੇ ਉੱਪਰ ਜੋ ਐਕਸਪਾਇਰੀ ਡੇਟ ਉਹ ਇੰਨੀ ਬਰੀਕ ਹੁੰਦੀ ਹੈ ਕਿ ਦਿਸਦੀ ਨਹੀਂ, ਅੱਧੀ ਜੀ। ਜੀ ਮਿਟੀ ਹੁੰਦੀ ਹੈ ਜੋ ਪਤਾ ਹੀ ਨਹੀਂ ਲੱਗਦਾ। ਪਰ ਹੂੰ। ਕੋਈ ਵੀ ਪ੍ਰੋਡਕਟ ਜਦੋਂ ਤੁਹਾਨੂੰ 30%, 40%, 60%, 80% ਆਫ ਮਿਲ ਰਿਹਾ ਹੈ, 1+1 ਫ੍ਰੀ ਮਿਲ ਰਿਹਾ ਹੈ, ਤਾਂ ਮਤਲਬ ਸਪਸ਼ਟ ਹੈ ਕਿ ਉਹਦੀ ਐਕਸਪਾਇਰੀ 1 ਜਾਂ 2 ਮਹੀਨੇ ਹੀ ਰਹਿ ਚੁੱਕੀ ਹੈ। ਸੋ ਬਿਲਕੁਲ ਇਹ ਸਟ੍ਰਿਕਟਲੀ ਧਿਆਨ ਰੱਖਿਓ ਕਿ ਉਸ ਸਮੇਂ ਦਾ ਲਾਲਚ ਜੋ ਅਸੀਂ ਖਰੀਦ ਲੈਂਦੇ ਆ, ਤੇ ਉਹਨੂੰ ਫਿਰ ਇਸ ਲਾਲਚ ਨੂੰ ਕਿ ਇਹਨੂੰ ਵਰਤਣਾ ਪੂਰੇ ਦਾ ਪੂਰਾ ਹੁਣ, ਤਾਂ ਫਿਰ ਉਹ 2 ਮਹੀਨੇ ਤੋਂ ਬਾਅਦ ਦੀ ਜਿਹੜੀ ਉਹਦੀ ਮਿਆਦ ਮੁੱਕ ਚੁੱਕੀ ਨੂੰ ਜਦੋਂ ਅਸੀਂ ਵਰਤਦੇ ਹਾਂ, ਫਿਰ ਅਸੀਂ ਇਹ ਬਿਮਾਰੀਆਂ ਦੇ ਸ਼ਿਕਾਰ ਬਣਦੇ ਆ। ਸੋ ਇਹ ਬਹੁਤ ਸੇਲ ਤੋਂ ਰੱਬ ਦਾ ਵਾਸਤਾ ਜੇ ਖਾਸ ਤੌਰ ਤੇ ਮੇਕਅਪ ਪ੍ਰੋਡਕਟਸ ਦੀ ਬਿਲਕੁਲ ਕਿਸੇ ਵੀ ਹਾਲ ਵਿੱਚ ਨਹੀਂ ਲੈਣੀ ਚਾਹੀਦੀ। ਹਮੇਸ਼ਾ ਹੀ ਕੁਛ ਨਾ ਕੁਛ ਨੁਕਸ, ਜਿਵੇਂ ਪੈਰਾਬੈਨ ਪਾਇਆ ਹੋਵੇ, ਉਹ ਵੇਚਣਾ ਹੀ ਵੇਚਣਾ ਹੈ। ਤਾਂ ਜੇ ਨਹੀਂ ਵਿਕ ਰਿਹਾ ਜਾਂ ਬੈਨ ਹੋ ਰਿਹਾ, ਧੜਾ ਧੜ ਸਟਾਕ ਕੱਢਣ ਦੇ ਚੱਕਰ ਵਿੱਚ ਉਹ 2+1 ਵੀ ਕਰ ਦੇਣਗੇ, ਜਾਂ ਇਸ ਤਰੀਕੇ ਦੇ ਇਹ ਚੀਜ਼ ਮੇਕਅਪ ਦੇ ਸਮਾਨ ਵਿੱਚੋਂ ਘੱਟੋ ਘੱਟ ਇਸ ਤਰ੍ਹਾਂ ਦੀ ਸੇਲ ਤੋਂ ਬਹੁਤ ਧਿਆਨ ਰੱਖਣਾ ਚਾਹੀਦਾ। ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਦਰਸ਼ਕਾਂ ਤੇ ਕਿ ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਵੇਖਣਗੇ ਤੇ ਉਹਨਾਂ ਦੇ ਕਈ ਔਰਤਾਂ ਦੇ ਸਵਾਲ ਵੀ ਆਉਣਗੇ, ਕਿਉਂਕਿ ਅਸੀਂ ਲੱਭਦੇ ਹੁੰਨੇ ਆ ਕਿ ਅਗਰ ਇਹ ਚੀਜ਼ਾਂ ਨਹੀਂ ਵਰਤਣੀਆਂ ਤਾਂ ਇਸ ਦਾ ਸਬਸਟੀਟਿਊਟ ਕੀ ਹੈ। ਬਹੁਤ ਸਾਰੀਆਂ ਔਰਤਾਂ ਸਵਾਲ ਕਰਨਗੀਆਂ ਕਿ ਮੈਡਮ ਅਗਰ ਆਹ ਚੀਜ਼ ਅਸੀਂ ਨਹੀਂ ਵਰਤ ਸਕਦੇ, ਮੇਕਅਪ ਸਾਡੇ ਲਈ ਹਾਨੀਕਾਰਕ ਹੈ, ਤਾਂ ਅਸੀਂ ਕੀ ਵਰਤ ਸਕਦੇ ਹਾਂ। ਮੈਂ ਇੱਕ ਸਵਾਲ ਤੁਹਾਡੇ ਤੋਂ ਕਰਨਾ ਚਾਹੂੰਗੀ, ਕਿਉਂਕਿ ਪਹਿਲਾਂ ਜਿਹੜਾ ਸਮਾਂ ਹੁੰਦਾ ਸੀ ਸਾਡਾ ਦਾਦੀ ਨਾਨੀ ਦਾ, ਉਹ ਛੋਟੇ ਬੱਚੇ ਉਹਨਾਂ ਨੂੰ ਵੀ ਸੁਰਮਾ ਲਾਇਆ ਜਾਂਦਾ ਸੀ, ਘਰ ਦੇ ਵਿੱਚ ਬਦਾਮ ਨੂੰ ਸਾੜ ਕੇ ਉਹ ਸੁਰਮਾ ਬਣਾਇਆ ਜਾਂਦਾ ਸੀ। ਕੀ ਉਹੀ ਸਹੀ ਹੈ, ਉਹੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਜੋ ਅੱਜ ਬਿਲਕੁਲ ਅਲੋਪ ਹੋ ਬਿਲਕੁਲ ਗਈਆਂ? ਬਿਲਕੁਲ 100% ਮੈਂ ਤੁਹਾਡੇ ਨਾਲ ਸਹਿਮਤ ਹਾਂ। ਕੁਦਰਤੀ ਖੂਬਸੂਰਤੀ ਜੋ ਪਹਿਲਾਂ ਵੀ ਬਣਾਉਂਦੇ ਹੁੰਦੇ ਸਨ, ਉਹ ਤਾਂ ਸੱਚਮੁੱਚ ਉਹਦਾ ਕੋਈ, ਦੇਖੋ ਨਾ ਸਾਡੇ ਪੁਰਾਣੀਆਂ ਵੀ, ਜੇ ਝਾਤ ਮਾਰੋ ਰਾਜੇ ਮਹਾਰਾਜੇ ਜਾਂ ਉਹਨਾਂ ਸਮਿਆਂ ਵਿੱਚ ਵੀ ਜੋ ਚੀਜ਼ਾਂ ਵਰਤੀਆਂ ਜਾਂਦੀਆਂ ਸਨ, ਉਹ ਇਹੋ ਨੁਸਖੇ ਹੀ ਸਨ ਜਿਹੜੇ ਕੁਦਰਤੀ ਚੀਜ਼ਾਂ ਤੋਂ ਹੀ ਰੰਗ ਕੱਢੇ ਜਾਂਦੇ ਸਨ। ਉਹਨਾਂ ਵਿੱਚ ਖਾਸ ਤੌਰ ਤੇ ਮੈਂ ਜ਼ਿਕਰ ਕਰਦੀ ਹਾਂ ਵੀ ਕੁਝ ਅੱਜ ਦੇ ਦਿਨਾਂ ਵਿੱਚ ਵੀ ਜੋ ਅਸੀਂ ਮੇਕਅਪ, ਬਹੁਤ ਸਾਰਾ ਸਮਾਨ ਕੁਦਰਤੀ ਵੀ ਬਣ ਕੇ ਆ ਰਿਹਾ ਜੀ। ਸਾਡੇ ਕੋਲ। ਤੁਸੀਂ ਦੇਖਦੇ ਹੋਗੇ ਕਿ ਨੈਚੁਰਲ ਹੈ, ਆਰਗੈਨਿਕ ਹੈ, ਬਹੁਤ ਕੁਝ ਲਿਖਿਆ ਹੁੰਦਾ। ਉਹਨਾਂ ਵਿੱਚ ਵੀ ਧਿਆਨ ਰੱਖਿਓ, ਆਰਗੈਨਿਕ ਸ਼ਬਦ ਦੇ ਨਾਲ ਵੀ ਕਿਤੇ ਨਾ ਕਿਤੇ ਕਿਸੇ ਥਾਂ ਤੇ ਕਿ ਇਹਨੂੰ ਘੋਲ ਬਣਾਉਣ ਲਈ ਜਾਂ ਜੋੜਨ ਲਈ ਪੈਰਾਬੈਨ ਪਾਇਆ ਜਾ ਰਿਹਾ ਹੈ। ਧਿਆਨ ਰੱਖਿਓ, ਕੱਲਾ ਆਰਗੈਨਿਕ ਨਹੀਂ ਰਹਿੰਦਾ ਉਹਦੇ ਵਿੱਚ ਸਾਰੀਆਂ ਚੀਜ਼ਾਂ, ਕਿਉਂਕਿ ਉਹ ਢੇਰ ਐਡਾ ਵੱਡੀ ਲਿਸਟ ਹੁੰਦੀ ਜੇ ਉਹਦੇ ਵਿੱਚ ਲਿਖੀ ਇਹ ਚੀਜ਼ਾਂ ਪਾਈਆਂ ਗਈਆਂ, ਤੇ ਉਹਦੇ ਵਿੱਚੋਂ ਇਹ ਬਰੀਕ ਜੀ ਆਖਰੀ ਚੀਜ਼ ਕਈ ਵਾਰ ਪੜ੍ਹੀ ਨਹੀਂ ਜਾਂਦੀ। ਤਾਂ ਇਸ ਲਈ ਬਹੁਤ ਧਿਆਨ ਰੱਖਣ ਦੀ ਲੋੜ ਹੈ। ਹਾਂ, ਜੇ ਤੁਸੀਂ ਗੱਲਾਂ ਤੇ ਕੁਦਰਤੀ ਲਾਲੀ ਚਾਹੁੰਦੇ ਹੋ ਜਾਂ ਫੁੱਲਾਂ ਨੂੰ ਲਾਲ ਕਰਨਾ ਚਾਹੁੰਦੇ ਹੋ, ਚੁਕੰਦਰ ਤੋਂ ਬਿਹਤਰ ਵਾਕਈ ਕੋਈ ਚੀਜ਼ ਹੈ ਹੀ ਨਹੀਂ। ਕਦੇ ਵੀ ਤਾਜ਼ਾ ਚੁਕੰਦਰ ਵਰਤ ਕੇ ਵੇਖਿਓ, ਰੂਟੀਨ ਯੂਜ਼ ਕਰਨੀ ਸ਼ੁਰੂ ਕਰੋ। ਤੁਹਾਡੇ ਜਿਵੇਂ ਰਾਤ ਨੂੰ ਸੌਣ ਲੱਗਿਆ ਥੋੜਾ ਜਿਹਾ ਤੁਸੀਂ ਕੱਦੂਕਸ ਕੀਤਾ ਚੁਕੰਦਰ, ਮਾੜਾ ਜਿਹਾ ਉਹ ਕਲਰ ਜਿਹੜਾ, ਉਸੇ ਤਰ੍ਹਾਂ ਤੁਸੀਂ ਬੁੱਲਾਂ ਤੇ ਹਲਕਾ ਮਲ ਲਓ ਜਾਂ ਗੱਲਾਂ ਤੇ ਪੋਲੀ ਪੋਲੀ ਮਾਲਿਸ਼ ਕਰਦੇ ਰਹੋ। ਤੁਸੀਂ ਦੇਖੋਗੇ 3 ਮਹੀਨਿਆਂ ਦੇ ਬਾਅਦ ਤੁਸੀਂ ਕੁਦਰਤੀ ਤੌਰ ਤੇ ਹੀ ਉਹ ਥੋੜਾ ਜਿਹਾ ਰੰਗ ਉਸ ਤਰੀਕੇ ਦਾ ਹੋ ਜਾਂਦਾ। ਹੁਣ ਤਾਂ ਡਾਈ ਦੇ ਵਿੱਚ ਵੀ ਜਿਹੜੀਆਂ ਨੈਚੁਰਲ ਬਣਾਉਂਦੇ ਨੇ, ਚੁਕੰਦਰ ਦਾ ਹੀ ਰਸ ਪਾਇਆ ਜੀ। ਜਾਂਦਾ, ਡਰਾਈਡ ਚੁਕੰਦਰ ਵੀ ਮਿਲ ਰਿਹਾ ਜੇ ਅੱਜ ਕੱਲ ਕਈ ਤਰ੍ਹਾਂ ਦੇ ਡਾਈਜ਼ ਦੇ ਵਿੱਚ ਪਾਉਣ ਲਈ, ਹੇਅਰ ਡਾਈਜ਼ ਵਿੱਚ। ਸੋ ਇਹ ਕਾਫੀ ਅਸਰਦਾਰ ਜੇ, ਜਿਹੜਾ ਉਹ ਕੁਦਰਤੀ ਜਿਹਾ ਰੰਗ ਮਿਲ ਜਾਂਦਾ ਹੈ। ਯਾਨੀ ਜੇ ਤੁਸੀਂ ਉਸ ਤਰੀਕੇ ਦਾ ਵਿੱਚ ਜਿਵੇਂ ਉਹ ਪਾਉਂਦੇ ਨੇ ਰੰਗਲੀ ਮਹਿੰਦੀ ਦੇ ਨਾਲ ਚੁਕੰਦਰ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਅੱਜ ਕੱਲ ਕੁਦਰਤੀ ਮਿਕਸ ਹੋ ਕੇ ਆਉਣ ਲੱਗ ਗਈਆਂ ਨੇ, ਜਿਹੜੀਆਂ ਇੱਕ ਨੈਚੁਰਲ ਆਲਮੋਸਟ ਕਲਰ ਹੋ ਜਾਂਦਾ ਹੈ ਉਹਨਾਂ ਨਾਲ ਵੀ। ਸੋ ਇਹ ਚੀਜ਼ਾਂ ਕੋਸ਼ਿਸ਼ ਕਰੀਏ, ਟਰਾਈ ਕਰੀਏ। ਤੇ ਮੈਂ ਇੱਕ ਕੁਦਰਤੀ ਲਾਲੀ ਹੀ ਜੇ ਲਿਆਣੀ ਹੈ ਵੀ ਤੁਹਾਡਾ ਚਿਹਰਾ ਚਮਕਦਾ ਰਵੇ ਤੇ ਤੁਹਾਡੇ ਰਵਾਨੀ ਦਿਸਦੀ ਰਵੇ ਚਿਹਰੇ ਤੇ, ਝੁਰੜੀਆਂ ਘੱਟ ਪੈਣ, ਤਾਂ ਫੇਸ਼ੀਅਲ ਮਸਾਜ ਆਪਣੇ ਹੱਥ ਨਾਲ, ਖਾਸ ਤੌਰ ਤੇ ਜੇ ਤੁਸੀਂ ਵਰਤਦੇ ਹੋ, ਮੈਂ ਇਹ ਸਾਰਿਆਂ ਲਈ ਗੱਲ ਕਰ ਰਹੀ ਹਾਂ, ਸਿਰਫ ਔਰਤਾਂ ਲਈ ਨਹੀਂ, ਸਾਡੇ ਵੀਰਾਂ ਲਈ ਵੀ, ਸਭਨਾਂ ਲਈ, ਹਰ ਇੱਕ ਲਈ। ਕਿਸੇ ਵੀ ਮਨੁੱਖ ਨੇ ਜੇ ਆਪਣੇ ਆਪ ਨੂੰ ਜ਼ਿਆਦਾ ਦੇਰ ਰਵਾਨੀ 'ਚ ਰੱਖਣਾ ਹੈ, ਜ਼ਿਆਦਾ ਦੇਰ ਤਰੋ ਤਾਜ਼ਾ ਤੇ ਇੰਪ੍ਰੈਸਿਵ ਉਹਨੂੰ ਦਿਖਣਾ ਚਾਹੀਦਾ, ਆਪਣੇ ਚਿਹਰੇ ਨੂੰ ਰੌਣਕ ਭਰਪੂਰ, ਤਾਂ ਤੁਸੀਂ ਕੋਕੋਨਟ ਆਇਲ ਦਾ ਇੱਕ ਯਾਨੀ ਵਰਜਨ ਰੂਪ,
ਪਹਿਲਾਂ ਹੀ ਦੱਸਿਆ, ਆਮ ਖੋਪੇ ਦਾ ਤੇਲ ਨਹੀਂ, ਵਰਜਨ ਕੋਕੋਨਟ ਆਇਲ ਜੇ ਤੁਸੀਂ ਲਓਗੇ, ਜਿਸ ਚ ਬਿਲਕੁਲ ਨਿੱਕਾ ਜਿਹਾ ਜਿਹੜਾ ਹੁੰਦਾ ਕੋਕੋਨਟ, ਉਹਨੂੰ ਵਿੱਚ ਹੀ ਵਰਤਿਆ ਜਾਂਦਾ, ਸੋ ਉਹ ਲਓ। ਸਿੰਪਲ ਕੋਕੋਨਟ ਨਹੀਂ, ਵਰਜਨ ਕੋਕੋਨਟ ਆਇਲ। ਇਹਦੀ ਜੇ ਤੁਸੀਂ ਰੂਟੀਨ ਆਪਣੇ ਹੱਥ ਦੇ ਵਿੱਚ 5 ਬੂੰਦਾਂ ਪਾ ਕੇ ਤੁਸੀਂ ਇਹਦੀਆਂ, ਤੇ ਇਸੇ ਤਰ੍ਹਾਂ 2 ਬੂੰਦਾਂ ਸ਼ਹਿਦ ਦੀਆਂ, ਤੇ ਇੰਨੀਆਂ ਕਿ 5 ਕੀ ਬੂੰਦਾਂ ਮਲਾਈ ਦੀਆਂ ਤਾਜ਼ਾ ਜਿਹੜਾ ਤੁਸੀਂ ਲਾਇਆ ਹੋਵੇ, ਇਹਨੂੰ ਤੁਸੀਂ ਹੱਥ 'ਚ ਹੀ ਮਿਕਸ ਕਰਕੇ, ਤੇ ਇਸ ਤਰ੍ਹਾਂ ਰੋਟੇਟਿੰਗ ਜੇ ਤੁਸੀਂ ਕਰਦੇ ਹੋ, ਪਹਿਲਾਂ ਇਸ ਪਾਸਿਓਂ, ਫਿਰ ਇੰਜ ਪਾਸਿਓਂ, ਫਿਰ ਆਈਜ਼ ਦੇ ਇਸ ਤਰ੍ਹਾਂ, ਫਿਰ ਇਧਰੋਂ ਦੀ, ਫਿਰ ਇਸ ਤਰ੍ਹਾਂ ਮੱਥੇ ਦੀ ਗੋਲ ਗੋਲ ਇਸ ਤਰ੍ਹਾਂ ਕਰਦੇ ਰਹੋ ਮਸਾਜ, ਪਰ ਗਰਦਨ ਨਾ ਭੁੱਲਿਓ, ਇਸ ਤਰ੍ਹਾਂ ਉੱਪਰ ਨੂੰ ਲਗਾਤਾਰ, ਹੇਠਾਂ ਨਹੀਂ। ਤਾਂ ਇਹ ਚੀਜ਼ ਜੇ ਤੁਸੀਂ ਰੂਟੀਨ ਵਿੱਚ ਖਾਸ ਤੌਰ ਤੇ ਗੱਲਾਂ ਦੇ ਉੱਤੇ, ਬੁੱਲਾਂ ਦੇ ਸਾਈਡ ਤੋਂ ਕੰਨਾਂ ਤੱਕ ਲਿਜਾਣੀ, ਤਾਂ ਕਿ ਤੁਹਾਡੀ ਖੂਬਸੂਰਤ ਮੁਸਕਾਨ ਬਣੀ ਰਹੇ। ਇਹ ਜੇ ਤੁਸੀਂ ਰੈਗੂਲਰ ਹਰ ਰੋਜ਼ 15 ਮਿੰਟ ਕਰ ਲਵੋ, 5 ਦਿਨ ਹੀ ਸਹੀ, ਹਫ਼ਤੇ 'ਚ 7 ਦਿਨ ਨਾ ਸਹੀ, ਤਾਂ ਤੁਸੀਂ ਇਹ ਚੀਜ਼ ਕੁਦਰਤੀ ਤੌਰ ਤੇ ਤੁਹਾਡਾ ਚਿਹਰਾ ਕਾਫੀ ਸਮੇਂ ਤੱਕ ਤਰੋ ਤਾਜ਼ਾ ਵੀ ਰਹੇਗਾ। ਪਰ ਇਹਦੇ ਨਾਲ ਮੈਂ ਇਹ ਦੱਸ ਦਿਆਂ ਕਿ ਸਿਰਫ ਇੰਨਾ ਕਰਨ ਨਾਲ ਤੁਸੀਂ ਖੂਬਸੂਰਤ ਨਹੀਂ ਲੱਗ ਸਕਦੇ, ਅਟਰੈਕਟ ਨਹੀਂ ਲੱਗ ਸਕਦੇ, ਜਦ ਤੱਕ ਚਿਹਰੇ ਤੇ ਖੂਬਸੂਰਤ ਜਿਹੀ ਮੁਸਕਾਨ ਨਾ ਹੋਵੇ ਤੇ ਦਿਲ ਅੰਦਰ ਗੁੱਸਾ ਨਾ ਹੋਵੇ। ਯਾਨੀ ਤੁਸੀਂ ਜੇ ਦਿਲੋਂ ਤੰਦਰੁਸਤ ਹੋ, ਦਿਲੋਂ ਖੁਸ਼ ਹੋ, ਗੁੱਸੇ ਗਿਲੇ ਕੱਢ ਚੁੱਕੇ ਹੋਏ ਹੋ, ਨਾ ਮਨ ਵਿੱਚ ਸਾੜਾ ਰੱਖਦੇ ਹੋਵੋ, ਤਾਂ ਚਿਹਰੇ ਦੇ ਵਿੱਚ ਆਪਣੇ ਆਪ ਹੀ ਰੌਣਕ ਦਿਸਦੀ ਹੈ। ਪਰ ਇਹ ਤਾਂ ਅਸੀਂ ਨਾਲ ਐਡੀਸ਼ਨਲ ਗੱਲਾਂ ਦੱਸ ਰਹੇ ਹਾਂ ਕਿ ਇਹ ਚੀਜ਼ਾਂ ਕਰ ਸਕਦੇ। ਬਿਲਕੁਲ, ਕਿਉਂਕਿ ਇਹ ਸਵਾਲ ਆਉਣੇ ਨੇ, ਇਹ ਸਾਨੂੰ ਪਤਾ, ਸੋ ਅਸੀਂ ਪਹਿਲਾਂ ਹੀ ਉਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਔਰ ਮੈਮ ਨੇ ਅੱਜ ਤੁਸੀਂ ਜਿਹੜਾ ਨੁਸਖਾ ਦੱਸਿਆ, ਤੁਸੀਂ ਮੈਨੂੰ ਮੇਰਾ ਬਚਪਨ ਚੇਤੇ ਕਰਾ ਦਿੱਤਾ, ਮੈਨੂੰ ਮੇਰੀ ਮਾਂ ਦੀ ਯਾਦ ਦਿਵਾ ਦਿੱਤੀ, ਕਿਉਂਕਿ ਅਕਸਰ ਜਿਸ ਟਾਈਮ ਅਸੀਂ ਰਾਤੀ ਸੌਣ ਵੇਲੇ ਦਾ ਸਾਡਾ ਸਮਾਂ ਹੁੰਦਾ ਸੀ, ਮੇਰੇ ਮੰਮਾ ਇਹ ਚੀਜ਼ ਵਰਤਦੇ ਹੁੰਦੇ ਸੀ ਜਿਹੜਾ ਤੁਸੀਂ ਅੱਜ ਨੁਸਖਾ ਦਿੱਤਾ, ਤੇ ਇੱਕ ਨਾ ਸਮੈਲ ਜੀ ਆਉਂਦੀ ਸੀ, ਸਾਨੂੰ ਉਸ ਤੋਂ ਚਿੜ ਮਚਦੀ ਸੀ। ਮੈਂ ਤੇ ਮੇਰੀ ਸਿਸਟਰ ਮੰਮਾ ਨੂੰ ਬੋਲਦੇ ਹੁੰਦੇ ਸੀ ਕਿ ਤੁਸੀਂ ਕੀ ਲਾਉਂਦੇ ਹੋ, ਕਿ ਅਸੀਂ ਤੁਹਾਡੇ ਨਾਲ ਨਹੀਂ ਸੋਣਾ, ਸਾਨੂੰ ਸਮੈਲ ਆਉਂਦੀ ਹੈ। ਸੋ ਤੁਸੀਂ ਅੱਜ ਮੈਨੂੰ ਉਹ ਸਮਾਂ ਯਾਦ ਕਰਾ ਦਿੱਤਾ, ਲੇਕਿਨ ਆਹ ਦੱਸ ਦਿੱਤਾ ਕਿ ਇਹ ਕਿੰਨਾ ਕੁ ਫਾਇਦੇਮੰਦ ਹੈ, ਕਿ ਮਾਵਾਂ ਅਗਰ ਲਗਾਉਂਦੀਆਂ ਸੀ, ਜਿਹੜੀਆਂ ਚੀਜ਼ਾਂ ਵਰਤਦੀਆਂ ਸੀ, ਸਾਨੂੰ ਅੱਜ ਉਸ ਦੀ ਕਦਰ ਨਹੀਂ ਹੈ। ਲੇਕਿਨ ਅੱਜ ਜੇਕਰ ਸਾਨੂੰ ਸੋਸ਼ਲ ਮੀਡੀਆ ਤੇ ਉਹ ਚੀਜ਼ਾਂ ਮਿਲ ਜਾਂਦੀਆਂ, ਤਾਂ ਸਾਨੂੰ ਰਿਅਲਾਈਜ਼ ਹੋ ਜਾਂਦਾ ਕਿ ਨਹੀਂ, ਕਿਤੇ ਨਾ ਕਿਤੇ ਇਹ ਚੀਜ਼ਾਂ ਸਾਡੇ ਲਈ ਫਾਇਦੇਮੰਦ ਹੋ ਸਕਦੀਆਂ। ਲੇਕਿਨ ਜਦ ਮਾਵਾਂ, ਦਾਦੀਆਂ, ਨਾਨੀਆਂ ਦੱਸਦੀਆਂ, ਤਾਂ ਅਸੀਂ ਉਹਨਾਂ ਦੀ ਕਦਰ ਨਹੀਂ ਪਾਉਂਦੇ। ਸੋ ਸਾਨੂੰ ਕਿਤੋਂ ਉੱਥੇ ਨਾ ਇਸ ਚੀਜ਼ ਤੋਂ ਵੀ ਕਿਤੇ ਨਾ ਕਿਤੇ ਸੀਖ ਲੈਣੀ ਚਾਹੀਦੀ ਹੈ। ਖੈਰ, ਅਸੀਂ ਅੱਜ ਅੱਖਾਂ ਦੀ ਗੱਲ ਕਰ ਰਹੇ ਹਾਂ, ਉਸ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ, ਮੇਕਅਪ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਜ਼ਿਕਰ ਕਰ ਰਹੇ ਹਾਂ। ਇੱਕ ਝੁੰਝਲਾਹਟ ਦਾ ਵੀ ਜ਼ਿਕਰ ਹੁੰਦਾ, ਅੱਖਾਂ ਦੇ ਵਿੱਚ ਝੁੰਝਲਾਹਟ। ਇੱਕ ਹੁੰਦਾ ਕਿ ਰੋ ਰੋ ਕੇ ਅੱਖਾਂ ਸੁੱਕ ਗਈਆਂ, ਉਹ ਹੀ ਕੱਢ ਹੁੰਦਾ। ਇੱਕ ਹੁੰਦਾ ਕਿ ਅੱਖਾਂ ਡਰਾਈ ਹੋ ਜਾਂਦੀਆਂ ਨੇ, ਉਹ ਡਰਾਈਨੈਸ ਆਫ ਆਈਜ਼ ਕੀ ਹੈ, ਕਿ ਉਹ ਮੇਕਅਪ ਦੇ ਰਾਹੀਂ ਆਉਂਦੀ ਹੈ, ਉਸ ਦੇ ਪ੍ਰੀਕਾਸ਼ਨਸ ਕੀ ਨੇ? ਦੇਖੋ, ਜਿਹੜੀਆਂ ਡਰਾਈਨੈਸ ਆਫ ਆਈਜ਼ ਅੱਜ ਕੱਲ ਇੱਕ ਮੇਜਰ ਕਾਰਨ ਬਣਦਾ ਜਾ ਰਿਹਾ ਸਾਡੇ ਬੱਚਿਆਂ ਵਿੱਚ ਵੀ, ਜਿਹੜੇ ਲਗਾਤਾਰ ਕਿਉਂਕਿ ਉਹਨਾਂ ਦਾ ਕੰਮ ਹੀ ਸਾਰਾ ਇੰਟਰਨੈਟ, ਮੋਬਾਈਲ, ਉਹਦੇ ਉੱਤੇ ਹੀ ਜੁੜਿਆ ਪਿਆ, ਸੋ ਇਸ ਚੀਜ਼ਾਂ ਦੇ ਨਾਲ ਲਗਾਤਾਰ ਅੱਖਾਂ ਥੱਕ ਜਾਂਦੀਆਂ ਨੇ, ਘੱਟ ਝਪਕਦੇ ਆ। ਸੋ ਉਹਦੇ ਕਾਰਨ ਇਹ ਚੀਜ਼ਾਂ ਸਾਨੂੰ ਤਾਂ ਬਹੁਤ ਛੋਟੇ ਬੱਚਿਆਂ, ਤੁਸੀਂ ਹੈਰਾਨ ਹੋਗੇ, 6 ਮਹੀਨੇ ਦੇ ਬੱਚੇ ਅੱਗੇ ਵੀ ਧਰ ਦਿਓ ਨਾ, ਅੱਖਾਂ ਨਹੀਂ ਝਪਕਦਾ, ਲਗਾਤਾਰ ਮੋਬਾਈਲ ਵੱਲ ਵੇਖੀ ਜਾਂਦਾ ਅੱਖਾਂ ਝਪਕੇ ਬਗੈਰ। ਸੋ ਇਹ ਜਿਹੜੀਆਂ ਕੁਦਰਤੀ ਤੌਰ ਤੇ ਸਾਡੇ ਹੰਝੂ ਹੁੰਦੇ ਨੇ, ਜਿਨ੍ਹਾਂ ਨੇ ਅੱਖਾਂ ਨੂੰ ਨਮ ਰੱਖਣਾ ਹੁੰਦਾ, ਉਹ ਨਹੀਂ ਆ ਸਕਦੇ, ਕਿਉਂਕਿ ਉਹ ਅੱਖਾਂ ਦੇ ਝਪਕਣ ਨਾਲ ਸਾਰੀਆਂ ਅੱਖਾਂ ਨੂੰ ਉਹਦੇ ਵਿੱਚ ਉਹਨਾਂ ਨੇ ਫੈਲਣਾ ਹੁੰਦਾ। ਸੋ ਉਹ ਲਗਾਤਾਰ ਖੁੱਲੀਆਂ ਰੱਖਣ ਨਾਲ ਅੱਖਾਂ 'ਚ ਦਿੱਕਤ ਮਹਿਸੂਸ ਹੋਣ ਲੱਗ ਪੈਂਦੀ ਹੈ। ਕਈ ਵਾਰ ਧੁੰਦਲਾ ਵੀ ਦਿਸਣ ਲੱਗ ਪੈਂਦਾ, ਇੰਨੀ ਦੇਰ ਲਗਾਤਾਰ ਅਸੀਂ ਝਾਕਦੇ ਹੀ ਰਹੀਏ ਤੇਜ਼ ਰੌਸ਼ਨੀ 'ਚ, ਜਿਵੇਂ ਕਈ ਵਾਰ ਐਂਕਰਸ ਬੈਠਦੇ ਨੇ, ਬਹੁਤ ਤੇਜ਼ ਰੌਸ਼ਨੀ ਲਗਾਤਾਰ ਅੱਖਾਂ ਦੇ ਵਿੱਚ ਪੈਂਦੀ ਰਹਿੰਦੀ ਹੈ। ਤਾਂ ਹੀ ਐਡਵਾਈਸ ਕਰਦੇ ਹੁੰਦੇ ਆ ਵੀ ਸਿੱਧੀ ਅੱਖਾਂ 'ਚ ਪੈਣ ਨਾਲੋਂ ਥੋੜ੍ਹੀਆਂ ਜਿਹੀ ਅੱਖਾਂ ਹੇਠਾਂ ਕਰਕੇ ਜੇ ਰੱਖੀਆਂ ਜਾਣ, ਤਾਂ ਉਹਦੇ ਨਾਲ ਇਹ ਜਿਹੜੀ ਸਿੱਧੀ ਲਾਈਟ ਪੈਂਦੀ ਵੀ ਅੱਖਾਂ ਤੇ ਇੱਕਦਮ ਤੁਹਾਡੇ ਸਟ੍ਰੈਸ ਨਹੀਂ ਪਾਉਂਦੀ। ਹੰਝੂ ਜੇ ਘੱਟ ਬਣਨ ਲੱਗ ਜਾਣ, ਜੋ ਕਿ ਕੁਝ ਕਿਸਮਾਂ ਦੀਆਂ ਦਵਾਈਆਂ ਸਦਕਾ ਵੀ ਹੋ ਸਕਦਾ ਜੇ, ਕਿਸੇ ਬਿਮਾਰੀ ਸਦਕਾ ਵੀ ਹੋ ਸਕਦਾ ਜੇ, ਜਾਂ ਵੱਧਦੀ ਉਮਰ ਨਾਲ ਵੀ ਹੰਝੂ ਘੱਟ ਬਣਦੇ ਨੇ, ਜਾਂ ਹੇਠਲੀ ਪੁਤਲੀ ਦਾ ਸਾਡਾ, ਜਿਵੇਂ ਹੇਠਲੀ ਅੱਖ ਦੀ ਹੁੰਦੀ ਜੇ, ਤਾਂ ਢਲਕ ਜਾਣਾ, ਉਹਦੇ ਨਾਲ ਵੀ ਇਹ ਸਾਡੀ ਡਰਾਈਨੈਸ ਸ਼ੁਰੂ ਹੋ ਸਕਦੀ ਹੈ। ਇਹਦੇ ਵਿੱਚ ਇੱਕ ਸਾਡੀ ਇੱਕ ਨਸ ਜਾਂਦੀ ਅੱਖ ਦੇ ਅੰਦਰ, ਜਿਹਦੀ ਸੋਜ਼ਿਸ਼ ਹੋ ਜਾਂਦੀ ਹੈ, ਬਲੇਫਰਾਈਟਸ ਅਸੀਂ ਕਹਿੰਦੇ ਆ, ਉਹ ਵੀ ਘੱਟ ਫਿਰ ਹੰਝੂ ਨਿਕਲਦੇ ਨੇ। ਸੋ ਉਹਦੇ ਲਈ ਇੱਕ ਗਰਮ ਪਾਣੀ ਤੁਸੀਂ ਜੇ ਨਾਲ ਟਕੋਰ ਕਰ ਲਈ ਜਾਵੇ, ਤਾਂ ਇਹ ਕਾਫੀ ਹੱਦ ਤੱਕ
ਠੀਕ ਕੀਤੀ ਜਾ ਸਕਦੀ ਹੈ। ਯਾਨੀ ਉਬਲਦਾ ਪਾਣੀ ਨਾ ਪਾ ਲਿਓ, ਗਰਮ ਪਾਣੀ ਯਾਨੀ ਕੋਸਾ ਵੀ ਨਹੀਂ, ਗਰਮ ਪਾਣੀ ਨਾਲ ਕਾਟਨ ਤੁਸੀਂ ਰੱਖ ਕੇ ਉੱਤੇ ਟਕੋਰ ਕਰ ਸਕਦੇ ਹੋ। ਸਾਫ਼ ਕਾਟਨ ਹੋਣੀ ਚਾਹੀਦੀ ਹੈ। ਬਿਹਤਰ ਤੇ ਹੈ ਕਿ ਉਹ ਪਾਣੀ ਦੇ ਵਿੱਚ ਉਬਾਲ ਲਿਆ ਜਾਵੇ, ਉਸ ਤੋਂ ਬਾਅਦ ਪਾਣੀ ਗਰਮ ਰਹਿ ਜਾਂਦਾ ਉਹਦੇ ਨਾਲ ਕੀਤਾ ਜਾਵੇ ਤਾਂ ਇਹ ਤੁਹਾਡੀਆਂ ਅੱਖਾਂ ਕਾਫੀ ਹੱਦ ਤੱਕ ਠੀਕ ਹੋ ਸਕਦੀਆਂ ਨੇ। ਇਸ ਤੋਂ ਬਾਅਦ ਤੇਜ਼ ਹਵਾ, ਜਿਵੇਂ ਆਮ ਅਸੀਂ ਏਸੀ ਵਿੱਚ ਜ਼ਿਆਦਾ ਦੇਰ ਬੈਠਦੇ ਹਾਂ ਉਦੋਂ ਵੀ ਡਰਾਈਨੈਸ ਹੋ ਸਕਦੀ ਹੈ, ਜਾਂ ਗਰਮ ਹਵਾ ਜਿਵੇਂ ਅਸੀਂ ਹੁਣ ਬਾਅਦ ਵਿੱਚ ਅੱਗੋਂ ਹੀਟਰਸ ਦੇ ਅੱਗੇ ਬੈਠਾਂਗੇ ਫਿਰ ਵੀ ਸੇਮ ਹੀ ਸਾਨੂੰ ਚੀਜ਼ਾਂ ਹੁੰਦੀਆਂ ਨੇ। ਸੋ ਇਹਦੇ ਲਈ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਿੱਧੀ ਡਾਇਰੈਕਟ ਅੱਖਾਂ ਵਿੱਚ ਨਾ ਪਵੇ, ਮਿਸਾਲ ਵਜੋਂ ਹੀਟਰ ਜੇ ਤੁਸੀਂ ਲਾਇਆ ਤਾਂ ਉਹ ਤੁਹਾਡੇ ਸਾਈਡ ਤੋਂ ਜਾਂ ਪਿੱਠ ਤੋਂ ਹੇਠੋਂ ਆਉਂਦਾ ਹੋਵੇ ਤਾਂ ਉਹ ਤੁਹਾਡੀਆਂ ਅੱਖਾਂ 'ਚ ਸਿੱਧਾ ਨਹੀਂ ਪਏਗਾ। ਇੰਝ ਏਸੀ ਦੇ ਬਿਲਕੁਲ ਸਾਹਮਣੇ ਨਾ ਬੈਠੀਏ, ਸਾਈਡ ਤੇ ਹੋਵੇ ਤਾਂ ਤੁਹਾਡੀਆਂ ਆਈਜ਼ ਇਸ ਤਰ੍ਹਾਂ ਡੈਮੇਜ ਤੋਂ ਬਚ ਸਕਦੀਆਂ ਨੇ। ਨਕਲੀ ਹੰਝੂ ਮਿਲਦੇ ਨੇ ਜੋ ਬਾਜ਼ਾਰੋਂ ਤੁਸੀਂ ਡਾਕਟਰ ਦੀ ਐਡਵਾਈਸ ਨਾਲ ਲੈ ਸਕਦੇ ਹੋ। ਇਸੇ ਤਰ੍ਹਾਂ ਜੇ ਬਹੁਤ ਜ਼ਿਆਦਾ ਡਰਾਈਨੈਸ ਹੋ ਚੁੱਕੀ ਹੋਏ, ਸਾਈਕਲੋਸਪੋਰੀਨ ਦਵਾਈ ਹੈ ਉਹ ਵੀ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ। ਸਰ ਇੱਕ ਅਹਿਮ ਨੁਕਤਾ ਮੁਫਤ ਦੱਸ ਦਿੰਦੀ ਹਾਂ ਤੇ ਉਹ ਵੀ ਅਜ਼ਮਾਇਆ ਹੋਇਆ ਜੇ, ਮੈਂ ਪਹਿਲਾਂ ਦੱਸ ਦਿਆਂ ਕਿ ਇਹ ਖੋਜਾਂ ਦੇ ਉੱਤੇ ਆਧਾਰਿਤ ਜੇ, ਬਿਲਕੁਲ ਮੈਂ ਕਿਸੇ ਵੈਦ ਹਕੀਮ ਕਿਸੇ ਕੋਲ ਨਹੀਂ ਗਈ ਪੁੱਛਣ ਨਹੀਂ। ਇਹ ਛਪ ਚੁੱਕੀ ਜੇ ਮੈਡੀਕਲ ਖੋਜ। ਅਲਸੀ ਸੁਣਿਆ ਹੋਏਗਾ ਤੁਸੀਂ ਨਾਮ, ਜੀ। ਇੱਕ ਚਮਚਾ ਅਲਸੀ ਦੇ ਬੀਜ ਜੇ ਰੋਜ਼ ਸਵੇਰੇ ਕੋਸੇ ਦੁੱਧ ਨਾਲ ਤੁਸੀਂ ਚਬਾ ਕੇ ਲੈ ਲਓ, ਸਿੱਧਾ ਹੀ ਨਾ ਗਟਕ ਜਿਓ, ਚਬਾ ਲਓ, ਤੇ ਜੇ ਦੰਦ ਨਹੀਂ ਹਨ ਤਾਂ ਉਹਨੂੰ ਕੁੱਟ ਕੇ ਬਰੀਕ ਪਾਊਡਰ ਬਣਾ ਲਓ ਘਰ 'ਚ ਹੀ। ਬਾਜ਼ਾਰ ਦਾ ਤਾਂ ਬਹੁਤ ਮਿਕਸਚਰ ਆਉਂਦਾ, ਜੇ ਨਾ ਲਿਓ। ਸੋ ਇਹ ਜੇ ਤੁਸੀਂ ਰੂਟੀਨ ਖਾਂਦੇ ਰਹੋ 5 ਦਿਨ ਹਫ਼ਤੇ ਵਿੱਚ, ਤੁਹਾਡੀ ਅੱਖਾਂ ਦਾ ਕੁਦਰਤੀ ਜਿਹੜਾ ਉਹਦੇ 'ਚ ਡਰਾਈਨੈਸ ਹੀ ਖਤਮ ਕਰਨ ਦੀ ਇਹਦੇ ਵਿੱਚ ਤਾਕਤ ਹੈ। ਕੁਦਰਤੀ ਤੌਰ ਤੇ ਤੁਹਾਡੀਆਂ ਅੱਖਾਂ ਹੀਲ ਹੋ ਸਕਦੀਆਂ ਨੇ। ਮੈਂ ਪਰ ਇੱਕ ਦੋਵੇਂ ਹੱਥ ਜੋੜ ਬੇਨਤੀ ਕਰ ਰਹੀ ਹਾਂ ਕਿ ਇਹ ਚੀਜ਼ ਅਜ਼ਮਾਨ ਤੋਂ ਪਹਿਲਾਂ ਪਲੀਜ਼ ਟੈਸਟ ਕਰਵਾ ਲਿਓ ਕਿ ਕਿਸ ਕਾਰਨ ਨਾਲ ਤੁਹਾਡੀਆਂ ਅੱਖਾਂ 'ਚ ਇਹ ਨਮੀ ਘਟ ਰਹੀ। ਯਾਨੀ ਇਹ ਕੁਦਰਤੀ ਤਰੀਕਾ ਠੀਕ ਤਾਂ ਕਰ ਹੀ ਸਕਦੇ ਹੋ, ਪਰ ਜੇ ਇਹ ਨਮੀ ਘਟਣ ਦੇ ਕੋਈ ਕਾਰਨ, ਜੇ ਤੁਸੀਂ ਕੋਈ ਦਵਾਈ ਬੜੀ ਤੇਜ਼ ਖਾ ਰਹੇ ਹੋ ਜਾਂ ਕੋਈ ਬਿਮਾਰੀ ਐਸੀ ਜਿਹੜੀ ਤੁਹਾਡਾ ਇਹ ਇੱਕ ਲੱਛਣ ਦਿਖਾ ਰਹੀ ਹੈ, ਹੋਰ ਬਹੁਤ ਕੁਝ ਸੀਰੀਅਸ ਬਿਮਾਰੀ ਜੇ ਜਿਹੜੀ ਤੁਸੀਂ ਨਹੀਂ ਚੈੱਕਅਪ ਕਰਵਾ ਰਹੇ, ਉਸ ਸਦਕਾ ਇਹ ਚੀਜ਼ਾਂ ਹੋ ਰਹੀਆਂ ਨੇ, ਤਾਂ ਫਿਰ ਪਲੀਜ਼ ਰੱਬ ਦਾ ਵਾਸਤਾ ਪਹਿਲਾਂ ਚੈੱਕਅਪ ਜ਼ਰੂਰ ਕਰਾਓ ਇਹ ਹੋ ਕਿਉਂ ਰਹੀ ਹੈ। ਫਿਰ ਜ਼ਰੂਰ ਤੁਸੀਂ ਇਹ ਚੀਜ਼ਾਂ ਵਰਤ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹੋ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ ਕਿ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਦੱਸ ਰਹੇ ਨੇ ਮੈਮ ਦਰਸ਼ਕਾਂ ਨੂੰ, ਉਹਨਾਂ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਅਸੀਂ ਪ੍ਰੀਕਿਓਰ ਕਰ ਸਕਦੇ ਹਾਂ। ਉਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਣੇ ਆਪ ਨੂੰ ਅਸੀਂ ਸਾਂਭ ਸਕਦੇ ਹਾਂ ਜੇਕਰ, ਲੇਕਿਨ ਪਹਿਲਾਂ ਵੀ ਮੈਮ ਨੇ ਜ਼ਿਕਰ ਕੀਤਾ ਕਿ ਇਲਾਜ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦ ਤੱਕ ਸਹੀ ਇਲਾਜ ਨਹੀਂ ਹੋਏਗਾ, ਜਦ ਤੱਕ ਡਾਇਗਨੋਜ਼ ਨਹੀਂ ਹੋਏਗਾ, ਤਦ ਤੱਕ ਇਨ ਨੁਸਖਿਆਂ ਤੇ ਵੀ ਅਸੀਂ ਜਾਣ ਦੇ ਲਈ ਤੁਹਾਨੂੰ ਜੋ ਹੈ ਸਹਿਮਤੀ ਨਹੀਂ ਪੜਦੇ। ਬਹੁਤ ਸਾਰੇ ਕੇਸਿਸ ਮੈਡਮ ਅੱਜ ਅਸੀਂ ਦੇਖ ਰਹੇ ਹਾਂ, ਕਿਉਂਕਿ ਅੱਖਾਂ ਦਾ ਜੇਕਰ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ ਇੱਕ ਟਰਮ ਆ ਚੁੱਕੀ ਹੈ ਜਿਸ ਨੂੰ ਕਹਿੰਦੇ ਮੋਤੀਆ। ਕਿ ਉਹ ਮੋਤੀਆ ਅਸੀਂ ਵੇਖਦੇ ਤਾਂ ਅਕਸਰ ਆ ਕਿ ਵੱਧਦੀ ਉਮਰ ਦੇ ਚਲਦੇ ਸਾਨੂੰ ਵੇਖਣ ਨੂੰ ਮਿਲਦਾ, ਲੇਕਿਨ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ 30 ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚ ਵੀ ਇਹ ਚੀਜ਼ਾਂ ਵੇਖੀਆਂ ਜਾ ਰਹੀਆਂ ਨੇ। ਉਸ ਦੇ ਕਾਰਨ ਕੀ ਨੇ? ਬਿਲਕੁਲ, ਦੇਖੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਵਕਤੀ ਤੌਰ ਤੇ ਸਾਡੇ ਝੱਪੇ ਬਣਦੇ ਨੇ, ਕੁਝ ਨੇ ਜਿਹੜੀਆਂ ਅਸੀਂ ਯਾਨੀ ਜੇ ਮਿਸਾਲ ਵਜੋਂ ਕੁਝ ਲੋੜੋਂ ਵੱਧ ਕੋਲੈਸਟਰੋਲ ਸਾਡਾ ਜਾਣਾ ਸਿੰਧੇ ਦਾ, ਮੈਂ ਇੱਕ ਅਹਿਮ ਰੀਜ਼ਨ ਦੱਸ ਕੇ ਫਿਰ ਤੁਹਾਡੇ ਸਵਾਲ ਤੇ ਜਾ ਰਹੀ ਹਾਂ ਕਿ ਕਈ ਵਾਰ ਕੀ ਹੁੰਦਾ ਜੇ ਆਪਾਂ ਬੈਠੇ ਹਾਂ ਤੇ ਇੱਕਦਮ ਕਹਿੰਦੇ ਆ ਰੱਤੀ ਇੱਕ ਚੱਕਰ ਜਿਹਾ ਆਇਆ, ਇੱਕ ਸਕਿੰਟਲੀ ਜਿਹਾ ਕਮਜ਼ੋਰ ਹੋਇਆ, ਇੱਕ ਸਕਿੰਟਲੀ ਐ ਧੁੰਦਲਾ ਜਿਹਾ ਦੇਖਿਆ, ਅਸੀਂ ਅੱਖਾਂ ਜਿਹੀਆਂ ਮਲਦੇ ਆ, ਕੀ ਹੋਇਆ? ਪਹਿਲੀ ਚੀਜ਼ ਤਾਂ ਇਹ ਵਾਰਨਿੰਗ ਹੁੰਦੀ ਜੇ ਸਾਡੇ ਕੁਝ ਸੈਕਿੰਡ ਦੀ ਜੋ ਕੁਦਰਤ ਦਿੰਦੀ ਹੈ ਜਾਂ ਸਾਡੇ ਸਰੀਰ ਵੱਲੋਂ ਸੁਨੇਹਾ ਆਉਂਦਾ, ਭਾਈ ਸੰਭਲ ਜਾਓ, ਤੁਹਾਡੇ ਸਰੀਰ ਅੰਦਰ ਸਿੰਧਾ ਨਾੜੀਆਂ 'ਚ ਜੰਮਿਆ ਪਿਆ ਜੇ ਤੇ ਇਹ ਕੁਝ ਕੁ ਸਿੰਧੇ ਦੇ ਕਣ ਇਸ ਵੇਲੇ ਹਿੱਲੇ ਨੇ ਜਿਹੜੇ ਤੁਰੇ ਫਿਰੇ ਨੇ ਸਰੀਰ ਅੰਦਰ। ਇਹ ਵਾਰਨਿੰਗ ਜੇ, ਪਾਸਾ ਵੀ ਜਾ ਸਕਦਾ ਜੇ ਤੁਹਾਡਾ, ਇਹ ਜਿਹੜਾ ਵਕਤੀ ਚੱਕਰ ਜੇ ਖਤਰਨਾਕ ਹੋ ਸਕਦਾ ਜੇ, ਨਜ਼ਰ ਜਾ ਸਕਦੀ ਜੇ। ਸੋ ਇਸੇ ਕਾਰਨ ਇਹ ਤੁਸੀਂ ਆਪਣਾ ਵੇਲੇ ਸਿਰ ਖਿਆਲ ਕਰੋ, ਜਿਹਨੂੰ ਅਸੀਂ ਇੱਕ ਪਲ ਵੀ ਨਹੀਂ ਸੋਚਦੇ ਇਹ ਵਾਰਨਿੰਗ ਸਾਈਨ। ਆਪਾਂ ਉੱਤੇ ਤਾਂ ਹੀ ਉੱਠ ਕੇ ਫਿਰ ਤੁਰ ਪੈਂਦੇ ਹਾਂ, ਕੋਈ ਨਾ ਵਕਤੀ ਜਿਹਾ ਚੱਕਰ ਹੀ ਸੀ ਛੱਡ ਪਰਾਂ ਚੱਲਦੇ ਹਾਂ, ਜਾਂ ਵਕਤੀ ਜਿਹਾ ਹੀ ਪਾਸੇ ਦੀ ਕਮਜ਼ੋਰੀ ਲੱਗੀ, ਕੋਈ ਨਾ ਕੰਮ ਮੁਕਾਈਏ ਦੌੜ ਲਈਏ। ਇਹ ਭੁੱਲ ਜਾਂਦੇ ਹਾਂ ਕਿ ਵਾਰਨਿੰਗ ਦੱਸ ਰਹੀ ਹੈ ਭਾਈ ਜ਼ਿੰਦਗੀ 2 ਵਰੇ ਦੀ ਰਹਿ ਜਾਣੀ ਹੈ, ਜੇ 200 ਸਾਲ ਦੀ ਹੈ ਤਾਂ ਇਹ ਇਮੀਡੀਏਟਲੀ ਆਪਣੇ ਆਪ ਨੂੰ ਚੈੱਕਅਪ ਕਰਾ ਲਓ, ਪਰ ਅਸੀਂ ਟਾਈਮ ਆਪਣੇ ਸਰੀਰ ਲਈ ਨਹੀਂ ਦਿੰਦੇ।
ਹੁਣ ਕੁਝ ਚੀਜ਼ਾਂ ਜੋ ਵਕਤੀ ਅੰਨੇਪਣ ਦਾ ਕਾਰਨ ਬਣਦੀਆਂ ਜੇ, ਜਿਨ੍ਹਾਂ ਵਿੱਚ ਤੁਸੀਂ ਗੱਲ ਕੀਤੀ ਮੋਦੀਏ ਦੀ, ਜੀ। ਜੋ ਕਿ ਇਹ ਸਭ ਠੀਕ ਹੋ ਸਕਣ ਵਾਲੇ ਕੁਝ ਕਾਰਨ ਨੇ, ਜਿਨ੍ਹਾਂ ਚ ਮਾਈਗ੍ਰੇਨ, ਸਾਡੀ ਅੱਧੇ ਸਿਰ ਪੀੜ ਜਦੋਂ ਹੁੰਦੀ ਜੇ, ਉਹ ਵੀ ਕਈ ਵਾਰ ਇਹਦਾ ਕਾਰਨ ਬਣ ਜਾਂਦਾ, ਕੁਝ ਸਮੇਂ ਲਈ ਦਿਸਦਾ ਨਹੀਂ। ਜਾਂ ਸਿਕਲ ਸੈੱਲ ਡਿਜ਼ੀਜ਼ ਹੁੰਦੀ ਜੇ ਇੱਕ ਬਿਮਾਰੀ, ਉਸ ਵਿੱਚ ਵੀ ਇੰਝ ਹੀ ਹੋ ਸਕਦਾ ਜੇ। ਫਿਰ ਕਾਲਾ ਮੋਤੀਆ, ਖਾਸ ਤੌਰ ਤੇ ਜਿਹੜਾ ਤੰਗ ਕੋਨਾ ਹੋਵੇ ਨਾ, ਕਲੋਜ਼ ਐਂਗਲ, ਉਹ ਬੜਾ ਡੇਂਜਰਸ ਜੇ, ਜਿਸ ਚ ਸਦੀਵੀ ਨਜ਼ਰ ਵੀ ਜਾ ਸਕਦੀ ਹੈ, ਬਹੁਤ ਜ਼ਿਆਦਾ ਡੇਂਜਰਸ। ਤੋਂ ਤੁਹਾਡੀ ਇਹੋ ਜਿਹੀ ਅੱਖਾਂ ਦੀ ਪੀੜ ਜਾਂ ਸਿਰ ਪੀੜ ਕਿਸੇ ਵੀ ਹਾਲ ਵਿੱਚ ਇਹਨੂੰ ਬੇਗੌਰੀ ਨਹੀਂ ਕਰਨਾ ਚਾਹੀਦਾ। ਬੱਚਿਆਂ ਵਿੱਚ ਵੀ ਇਹ ਦਿਸਦਾ ਜੇ, ਕਿਸੇ ਵੀ ਉਮਰ ਵਿੱਚ ਹੋ ਸਕਦਾ, ਜਿਸ ਦਾ ਤੁਰੰਤ ਇਲਾਜ ਕਰਨ ਦੀ, ਉਹ ਵੀ ਸਪੈਸ਼ਲਿਸਟ, ਆਈ ਸਪੈਸ਼ਲਿਸਟ ਕੋਲ ਜਾਣ ਦੀ ਲੋੜ ਹੈ। ਇੰਜੀ ਚਿੱਟਾ ਮੋਤੀਆ ਜਿਵੇਂ ਤੁਸੀਂ ਜ਼ਿਕਰ ਕੀਤਾ, ਇਹ ਵੀ ਵਕਤੀ ਅੰਨਾਪਨ ਦੇ ਦਿੰਦਾ, ਅਰਲੀ ਹੋਣ ਲੱਗ ਗਿਆ, ਕਿਉਂਕਿ ਅਸੀਂ ਬਹੁਤ ਬੇਲੋੜੀਆਂ ਚੀਜ਼ਾਂ, ਬਹੁਤ ਫਜ਼ੂਲ ਕਿਰਨਾਂ ਵੀ ਅੱਖਾਂ ਵਿੱਚ ਪਾਉਂਦੇ ਰਹਿੰਦੇ ਆ, ਜਿਹੜੀ ਤੇਜ਼ ਲਾਈਟ ਆ, ਕੁਛ ਹਟਦਾ ਹੀ ਨਹੀਂ, ਹਰ ਚੀਜ਼ ਅਸੀਂ ਅਜ਼ਮਾਉਂਦੇ ਆ। ਤਾਂ ਕੁਝ ਕਿਸਮ ਦੀ ਲਹੂ ਦੀਆਂ ਨਾੜੀਆਂ ਦੀ ਬਿਮਾਰੀ ਵੀ ਹੁੰਦੀ ਜੇ, ਜਿਸ ਚ ਨਾੜੀਆਂ ਬਰੀਕ ਹੋ ਜਾਂਦੀਆਂ ਨੇ, ਜਾਂ ਤੁਹਾਡੀ ਅੱਖ ਦੀ ਅੰਦਰਲੀ ਨਸ, ਉਹ ਤੁਹਾਡੀ ਜੇ ਉਹਦੀ ਸੋਜ਼ਿਸ਼ ਹੋ ਰਹੀ ਹੋਏ, ਮਿਸਾਲ ਵਜੋਂ ਉਹਨੂੰ ਆਪਟਿਕ ਨਿਊਰਾਈਟਸ ਅਸੀਂ ਕਹਿੰਦੇ ਆ, ਇਹ ਚੀਜ਼ ਹੋ ਜਾਵੇ, ਜਾਂ ਕੁਝ ਕਿਸਮਾਂ ਦੇ ਲਹੂ ਗਾੜਾ ਹੋਣ ਦੇ ਕਾਰਨ, ਜਿਨ੍ਹਾਂ ਚ ਖੂਨ ਦਾ ਕੈਂਸਰ ਵੀ ਸ਼ਾਮਲ ਜੇ। ਇਹ ਚੀਜ਼ਾਂ ਇੰਨੀ ਲਾਈਟਲੀ ਨਹੀਂ ਲੈਣੀਆਂ ਚਾਹੀਦੀਆਂ। ਦਿਮਾਗ ਅੰਦਰ ਪਾਣੀ ਦਾ ਦਬਾਅ ਵੱਧ ਰਿਹਾ ਹੋਵੇ, ਫਿਰ ਵੀ, ਜਾਂ ਨਸ ਦੱਬ ਰਹੀ ਹੋਵੇ, ਇਹ ਵੀ ਇਹਦਾ ਇੱਕ ਕਾਰਨ ਬਣ ਸਕਦਾ ਜੇ। ਸਿਰ 'ਚ ਕੋਈ ਸੱਟ ਵੱਜੀ ਹੋਵੇ, ਕੋਈ ਰਸੌਲੀ ਅੰਦਰ ਆ ਰਹੀ ਹੋਵੇ, ਬੜੀ ਸੀਰੀਅਸ ਚੀਜ਼ ਹੁੰਦੀ ਜੇ, ਜਿਹਨੂੰ ਅਸੀਂ ਬੇਗੌਰੀ ਕਰ ਦਿੰਦੇ ਹਾਂ। ਹੁਣ ਇਹਦੇ ਤੋਂ ਨਾਲ ਤੁਸੀਂ ਹੈਰਾਨ ਹੋਗੇ, ਬਹੁਤ ਤਗੜੀ ਕਸਰਤ, ਜਿਨ੍ਹਾਂ ਨੂੰ ਨਾ ਆਦਤ ਹੋਵੇ ਤੇ ਉਹ ਲੋੜੋਂ ਵੱਧ ਕਈ ਵਾਰ ਇਸ ਤਰੀਕੇ ਦੀ ਕਸਰਤ ਕਰਨ ਲੱਗ ਜਾਣ, ਉਹਦੇ ਵਿੱਚ ਵੀ ਕਈ ਵਾਰ ਵਕਤੀ ਤੌਰ ਤੇ ਅੱਖ ਵੱਲ ਜਾਂਦੀ ਜੋ ਲਹੂ ਦੀ ਨਾੜੀ ਹੈ, ਸੁੰਗੜ ਜਾਂਦੀ ਹੈ, ਉਦੋਂ ਵੀ ਇਹ ਚੀਜ਼ ਹੋ ਸਕਦੀ ਹੈ। ਫਿਰ ਇੱਕ ਅਹਿਮ ਕਾਰਨ, ਜਦੋਂ ਸਰੀਰਕ ਸੰਬੰਧ ਬਣਾਉਣੇ ਹੋਣ, ਕਈ ਵਾਰ ਇੰਨੀ ਗਰਮਜੋਸ਼ੀ ਵਿੱਚੋਂ ਹੁੰਦੇ ਨੇ, ਤਾਂ ਉਹਦੇ ਨਾਲ ਤਿੱਖੀ ਸਿਰ ਪੀੜ, ਉਲਟੀ ਲੱਗ ਜਾਣੀ, ਵਕਤੀ ਇਹ ਤੁਹਾਡੀ ਨਜ਼ਰ ਤੱਕ ਚਲੀ ਜਾਣੀ, ਇਹ ਚੀਜ਼ਾਂ ਵੇਖੀਆਂ ਗਈਆਂ ਹੋਈਆਂ ਨੇ। ਬਹੁਤ ਜ਼ਿਆਦਾ ਲੰਮੀ ਦੌੜ ਲਾਉਣ ਤੋਂ ਬਾਅਦ ਵੀ ਕਈ ਵਾਰ ਇਹ ਚੀਜ਼ ਨਜ਼ਰੀ ਆਉਂਦੀ ਜੇ ਕਿ ਵਕਤੀ ਅੱਖਾਂ ਦੀ ਨਜ਼ਰ ਚਲੀ ਜਾਂਦੀ ਹੈ, ਪਰ ਇਹ ਵਕਤੀ ਹੁੰਦੀ ਜੇ। ਹੁਣ ਕੁਝ ਕਾਰਨਾਂ 'ਚ, ਜਿੱਥੇ ਮੈਂ ਦੱਸਿਆ ਕਿ ਦਿਸ ਰਿਹਾ ਕਿ ਇਹ ਕੁਝ ਬਲੌਕੇਜ ਹੋਣ ਦਾ ਖਤਰਾ ਹੈ, ਜਾਨ ਨੂੰ ਖਤਰਾ ਹੈ, ਤਾਂ ਉਦੋਂ ਲਹੂ ਪਤਲਾ ਕਰਨ ਲਈ ਦਵਾਈਆਂ ਦੇਣੀਆਂ ਪੈਂਦੀਆਂ ਜੇ। ਅੱਜ ਕੱਲ੍ਹ ਰਿਵਾਜ ਬਣ ਗਿਆ, ਮੈਂ ਬੜੀ ਹੈਰਾਨ ਸਾਂ ਸੁਣ ਕੇ, ਸਾਡੇ ਕੋਲ ਮਰੀਜ਼ ਆਉਂਦੇ ਨੇ, ਅਸੀਂ ਆਪੇ ਹੀ ਐਸਪਰੀਨ ਖਰੀਦਦੇ ਹਾਂ, ਆਪੇ ਹੀ ਖਾਣ ਲੱਗ ਜਾਂਦੇ ਹਾਂ, ਤੇ ਕਈ ਵਾਰ ਤਾਂ ਜਿਗਰ ਦਾ ਤਗੜਾ ਨੁਕਸ ਵੇਖਿਆ ਗਿਆ। ਸੋ ਰੱਬ ਦਾ ਵਾਸਤਾ ਜੇ ਇਹ ਸੈਲਫ ਟ੍ਰੀਟਮੈਂਟ ਨਾ ਕਰਿਆ ਕਰੋ, ਬਹੁਤ ਔਖਾ ਜੇ। 40-40 ਵਰੇ ਲੱਗ ਜਾਂਦੇ ਨੇ ਡਾਕਟਰਾਂ ਨੂੰ ਉਮਰ ਦੇ, ਕੇ ਸਮਝ ਕੇ ਕਿ ਇਹ ਚੀਜ਼ ਵਰਤਣੀ ਹੈ, ਤਾਂ ਇਹ ਸੈਲਫ ਟ੍ਰੀਟਮੈਂਟ ਖਰਾਬ ਕਰਦੀ ਜੇ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਇੱਕ ਅਹਿਮ ਨੁਕਤਾ ਜੇ, ਜਿਹਨੂੰ ਅਸੀਂ ਬਿਲਕੁਲ ਹੀ ਬੇਗੌਰਾ ਕੀਤਾ ਹੋਇਆ, ਦੇਖਦੇ ਹੀ ਨਹੀਂ। 200 ਪਹੁੰਚ ਗਿਆ ਜੀ, 250 ਪਹੁੰਚ ਗਿਆ ਜੀ, ਕੋਈ ਨਾ ਜੀ, ਤੁਰ ਫਿਰ ਰਹੇ ਆ। ਉਹ ਵੀ ਬਹੁਤ ਖਤਰਨਾਕ ਜੇ। ਸ਼ੱਕਰ ਰੋਗ ਬਹੁਤ ਖਤਰਨਾਕ ਜੇ। ਰੈਗੂਲਰ ਆਈ ਚੈੱਕਅਪ ਇਹਦੇ ਚ ਦੋਨਾਂ ਨੂੰ ਹੀ ਕਰਾਉਣ ਦੀ ਲੋੜ ਹੈ, ਭਾਵੇਂ ਬਲੱਡ ਪ੍ਰੈਸ਼ਰ ਹੈ ਤੇ ਭਾਵੇਂ ਸ਼ੂਗਰ ਹੈ। ਆਈ ਚੈੱਕਅਪ ਹਮੇਸ਼ਾ ਰੈਗੂਲਰ ਕਰਾਉਂਦੇ ਰਹਿਣਾ ਚਾਹੀਦਾ, 3 ਮੰਥਲੀ ਜਾਂ 6 ਮੰਥਲੀ, ਜਿਵੇਂ ਦਾ ਤੁਹਾਡਾ ਨੁਕਸ ਨਿਕਲਿਆ ਉਹਦੇ ਹਿਸਾਬ ਨਾਲ ਤੁਸੀਂ ਇਹਨੂੰ ਆਪਣੇ ਆਪ ਨੂੰ ਬਚਾ ਸਕਦੇ ਹੋ। ਮੇਰਾ ਖਿਆਲ ਹੈ ਇੱਕ ਅਖੀਰੀ ਜੇ ਸਮਾਂ ਥੋੜਾ ਰਹਿ ਗਿਆ, ਬਚਾਓ ਦੇ ਜ਼ਰੂਰ ਕਾਰਨ ਦੱਸਦੀ ਹੈ। ਜੀ ਬਿਲਕੁਲ ਦੱਸ ਦਿਓ, ਕਿਉਂਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਅਸੀਂ ਜੜ੍ਹਾਂ ਤਾਂ ਦੱਸ ਰਹੇ ਹਾਂ ਕਿ ਕੀ ਕਾਰਨ ਨੇ, ਕਿਸ ਤਰੀਕੇ ਦੇ ਨਾਲ ਹੋ ਸਕਦੇ ਨੇ, ਲੇਕਿਨ ਉਸ ਚੀਜ਼ਾਂ ਤੋਂ ਬਚਿਆ ਕਿਸ ਤਰੀਕੇ ਦੇ ਨਾਲ ਜਾ ਸਕਦਾ, ਉਹ ਵੀ ਦਰਸ਼ਕਾਂ ਨੂੰ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ, ਪਹਿਲੀ ਚੀਜ਼ ਇਹਦੇ ਚ ਜੋ ਸਟ੍ਰਿਕਟਲੀ ਬੈਂਡ ਹੈ, ਮੈਂ ਹੁਣ ਸਿਰਫ ਅੰਤਰਰਾਸ਼ਟਰੀ ਤੇ ਰਾਸ਼ਟਰੀ ਦੋਨੋਂ ਮਿਲਾ ਕੇ ਜੋ ਕਾਨਫਰੰਸਿਸ ਹੁੰਦੀਆਂ ਨੇ, ਉਹਨਾਂ ਚ ਜੋ ਨਿਚੋੜ ਕੱਢੇ ਗਏ, ਸਿਰਫ ਉਹਦਾ ਹੀ ਦੱਸ ਰਹੀ ਹਾਂ ਗੱਲਾਂ, ਜਿਸ ਚ ਸਪਸ਼ਟ ਕੀਤਾ ਗਿਆ ਸ਼ਰਾਬ ਨਾ ਪੀਤੀ ਜਾਵੇ। ਦੇਖੋ, ਮੈਂ ਕਿਸੇ ਦੇ ਸੋਚ ਦੇ ਉੱਤੇ ਨਹੀਂ ਫਰਕ ਪਾ ਰਹੀ ਕਿ ਤੁਸੀਂ ਇਹ ਪੀਣੀ ਜਾਂ ਨਹੀਂ ਪੀਣੀ, ਜਾਂ ਫਲਾਣੇ ਨੇ ਕਿਹਾ ਜੀ 2 ਪੈਗ ਲਾਣੇ ਨੇ, ਫਲਾਣੇ ਦੇ 1। ਮੈਂ ਇਹਦੇ ਬਾਰੇ ਕੁਝ ਵੀ ਕਿੰਤੂ ਪਰੰਤੂ ਨਹੀਂ। ਜਿਨ੍ਹਾਂ ਨੂੰ ਰੱਤੀ ਮਾਸਾ ਵੀ ਅੱਖ ਦੀ ਕੋਈ ਵੀ ਇਸ ਤਰੀਕੇ ਦਾ ਇਸ਼ੂ ਆ ਰਿਹਾ, ਉਹਨਾਂ ਲਈ ਸ਼ਰਾਬ ਟੋਟਲ ਬੈਨ ਹੈ। ਸਿਗਰਟ ਬਿਲਕੁਲ ਨਹੀਂ ਪੀਣੀ ਚਾਹੀਦੀ। ਕੋਕੀਨ ਸਵਾਲ ਹੀ ਨਹੀਂ ਪੈਦਾ ਹੁੰਦਾ ਇਹੋ ਜਿਹੇ, ਯਾਨੀ ਨਸ਼ੇ, ਸਿਗਰਟ ਤੇ ਸ਼ਰਾਬ, ਜੇ ਅੱਖਾਂ ਦਾ ਨੁਕਸ ਹੈ ਤਾਂ ਇਹ ਬਿਲਕੁਲ ਟੋਟਲ ਇਹਦੇ ਚ ਬੈਨ ਲੱਗਣਾ ਚਾਹੀਦਾ।
ਫਿਰ ਬੁਢੇਪਾ ਬੜੀ ਇੰਟਰਸਟਿੰਗ ਚੀਜ਼ ਹੈ, ਤੁਸੀਂ ਕਹੋਗੇ ਉਹ ਤੇ ਆਣਾ ਹੀ ਹੈ। ਬੁਢੇਪੇ ਨੂੰ ਅਸੀਂ ਡਿਲੇ ਕਰ ਸਕਦੇ ਹਾਂ ਜ਼ਰੂਰ, ਕਿਸੇ ਨਾ ਕਿਸੇ ਅਗਲੇ ਪ੍ਰੋਗਰਾਮ 'ਚ ਵੀ ਕਰਾਂਗੇ, ਜਿਹਦਾ ਮਤਲਬ ਹੈ ਕਿ ਰੈਗੂਲਰ ਤਗੜੀ ਕਸਰਤ। ਹਮ 40 ਬੇਲੋੜੀ ਨਹੀਂ ਕਿ ਤੁਸੀਂ ਪਹਿਲੀ ਵਾਰ ਸ਼ੁਰੂ ਕੀਤੀ ਤੇ ਪਹਿਲੇ ਹੀ ਦਿਨ ਤੁਸੀਂ 2 ਘੰਟੇ ਦੌੜ ਆਣਾ। ਤਾਂ 40 ਮਿੰਟ ਦੀ, ਜਿਸ 'ਚ ਟਹਿਲਣਾ ਬਿਲਕੁਲ ਸ਼ਾਮਲ ਨਹੀਂ ਹੈ। ਤੁਸੀਂ ਜੋਗਿੰਗ ਕਰ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ, ਸਵਿਮਿੰਗ ਕਰ ਸਕਦੇ ਹੋ। ਇਸ ਤਰੀਕੇ ਦੀ ਤੇਜ਼ ਤੁਰਨਾ, ਬਹੁਤ ਤੇਜ਼, ਇਹੋ ਜਿਹੀਆਂ ਚੀਜ਼ਾਂ ਰੂਟੀਨ ਬਣਾਉਣ ਦੀ ਲੋੜ ਹੈ, ਤਾਂ ਕਿ ਤੁਹਾਡੀ ਇਸ ਕਸਰਤ ਨਾਲ ਸਾਰੀਆਂ ਨਸਾਂ ਖੁੱਲੀਆਂ ਰਹਿਣ। ਇਹੋ ਜਿਹੀ ਬਿਮਾਰੀ ਤੋਂ ਤੁਸੀਂ ਅੱਖਾਂ ਤੋਂ ਬਚਾਓ ਕਰ ਸਕਦੇ ਹੋ। ਹਮ ਪ੍ਰੋਸੈਸਡ ਖਾਣਿਆਂ ਤੋਂ ਤੌਬਾ ਕਰਨੀ ਹੀ ਪੈਣੀ ਹੈ, ਜੋ ਮਰਜ਼ੀ ਕਰ ਲਓ। ਪ੍ਰੋਸੈਸਡ ਖਾਣੇ ਹਰ ਹਾਲ ਵਿੱਚ ਛੱਡਣੇ ਪੈਣੇ ਨੇ। ਡੱਬਾਬੰਦ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ। ਤਾਜ਼ੇ ਫਲ ਤੇ ਸਬਜ਼ੀਆਂ ਕੁਦਰਤ ਵੱਲੋਂ ਮਿਲੇ, ਮੈਂ ਤਾਂ ਹੁਣ ਇਹ ਕਹਿ ਸਕਦੀ ਹਾਂ ਕਿ ਬਿਹਤਰੀਨ ਟੌਨਿਕ ਨੇ। ਇਸ ਤੋਂ ਵਧੀਆ ਸਾਨੂੰ ਬੇਸ਼ਕੀਮਤੀ ਸੌਗਾਤ ਕੁਦਰਤ ਵੱਲੋਂ ਮਿਲ ਨਹੀਂ ਸਕਦੀ। ਬਿਲਕੁਲ ਜੇ ਅਸੀਂ ਰੂਟੀਨ ਵਿੱਚ ਇਹ ਲੈ ਲਈਏ ਤੇ ਫਿਰ 3 ਚੀਜ਼ਾਂ ਤੋਂ ਸਖਤੀ ਨਾਲ ਪਰਹੇਜ਼: ਘੱਟ ਨਮਕ, ਨਾ ਬਰਾਬਰ ਮਿੱਠਾ, ਤੇ ਨਾ ਬਰਾਬਰ ਥਿੰਦਾ। ਬਸ ਇਹ ਚੀਜ਼ਾਂ ਜੇ ਅਸੀਂ ਅਜ਼ਮਾ ਲਈਏ ਨਾ, ਤੇ ਫਿਰ ਇੱਕ ਆਖਰੀ ਰਾਮਬਾਣ, ਇਜਾਜ਼ਤ ਦੇ ਦਿਓ ਤਾਂ ਇੱਕੋ ਹੀ ਜੀ ਸਕਿੰਟ ਦੀ ਗੱਲ ਹੈ। ਜੀ ਜੀ ਬਿਲਕੁਲ ਤਣਾਅ ਘਟਾ ਕੇ ਜ਼ਿੰਦਗੀ ਨੂੰ ਰੱਜ ਕੇ ਜੀਣਾ ਸ਼ੁਰੂ ਕਰ ਦਿਓ। ਮੁਸਕਾਨ ਬਿਖੇਰਿਆ ਕਰੋ, ਵੇਖਿਓ ਵਾਪਸ ਕਿੰਨੀ ਕਿੰਨੀ ਕਮਾਲ ਦੀ ਤੁਹਾਡੇ ਅੰਦਰ ਕੁਝ ਘਟਨਾ ਵਾਪਰੇਗੀ, ਤੁਸੀਂ ਦੇਖ ਲਿਓ। ਤਾਂ ਕਿਸੇ ਹੋਰ ਦੇ ਚਿਹਰੇ ਤੇ ਮੁਸਕਾਨ ਲਿਆਉਣ ਦਾ ਕਾਰਨ ਬਣ ਜਾਓ, ਤੇ ਬਸ ਫਿਰ ਵੇਖੋ ਕਿਵੇਂ ਤੁਹਾਡੀ ਆਪਣੀ ਜ਼ਿੰਦਗੀ ਤਬਦੀਲ ਹੋ ਜਾਂਦੀ। ਬਿਲਕੁਲ ਪੋਜ਼ਿਟਿਵਿਟੀ ਤੇ ਇੱਕ ਆਪਣਾ ਔਰੇ ਨੂੰ ਪੋਜ਼ਿਟਿਵ ਰੱਖਣਾ ਔਰ ਖੁਸ਼ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਹਿੰਦੇ ਕਿ ਜੇਕਰ ਇੱਕ ਬਿਮਾਰ ਤੋਂ ਬਿਮਾਰ ਇਨਸਾਨ, ਇਹ ਵੀ ਰਿਸਰਚ ਵਿੱਚ ਦੇਖਿਆ ਗਿਆ, ਜਿਹੜੇ ਕੈਂਸਰ ਦੇ ਮਰੀਜ਼ ਜਿਨ੍ਹਾਂ ਦੇ ਆਖਰੀ ਸਟੇਜ ਦੇ ਵਿੱਚ ਲੋਕ ਡਾਕਟਰਸ ਜਵਾਬ ਦੇ ਗਏ, ਬੈੱਡ ਤੇ ਨੇ, ਲੇਕਿਨ ਉਹਨਾਂ ਨੇ ਆਪਣੀ ਵਿਲ ਪਾੜ ਨਹੀਂ ਛੱਡੀ, ਉਹਨਾਂ ਨੇ ਆਪਣੀ ਸਮਾਈਲ ਬਿਖੇਰਨਾ ਨਹੀਂ ਛੱਡਿਆ, ਤੇ ਉਹਨਾਂ ਨੇ ਉਹ ਕੈਂਸਰ ਵਰਗੀ ਬਿਮਾਰੀ ਨੂੰ ਵੀ ਮਾਤ ਦਿੱਤੀ ਹੈ, ਤੇ ਅੱਜ ਵੀ ਬਹੁਤ ਖੂਬਸੂਰਤ ਜ਼ਿੰਦਗੀ ਜੀ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਬਿਮਾਰੀਆਂ ਨੂੰ, ਭਾਵੇਂ ਜਿੰਨੀ ਮਰਜ਼ੀ ਵੱਡੀ ਬਿਮਾਰੀਆਂ ਹੋਣ, ਤੁਹਾਡੀ ਵਿਲ ਪਾਰ, ਤੁਹਾਡੀ ਸਹਿਣ ਸ਼ਕਤੀ, ਤੁਹਾਡੀ ਜੀਣ ਦੀ ਸ਼ਕਤੀ, ਤੁਹਾਡੀ ਜੀਣ ਦੀ ਇੱਛਾ ਤੇ ਤੁਹਾਡਾ ਔਰਾ ਬਹੁਤ ਜ਼ਿਆਦਾ ਮਾਇਨੇ ਰੱਖਦਾ। ਬਿਲਕੁਲ ਬਿਲਕੁਲ, ਕਿਉਂਕਿ ਪੋਜ਼ਿਟਿਵ ਐਟੀਟਿਊਡ, ਸਾਡੇ ਕੁਝ ਲੋਕ ਨੇ ਜਿਹੜੇ ਤੁਸੀਂ ਦੇਖਦੇ ਹੋਗੇ, ਖੁਸ਼ ਵੀ ਹੋਵੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਰਨਾ ਜਾਂ ਇੱਕ ਨੈਗੇਟਿਵ ਕਮੈਂਟ ਕਰਨਾ ਭੁੱਲ ਜਾਂਦੇ ਨੇ ਕਿ ਉਹ ਨੈਗੇਟਿਵਿਟੀ ਅਸਰ ਉਹਨਾਂ ਦੇ ਅੰਦਰ ਜ਼ਿਆਦਾ ਕਰੇਗੀ। 10 ਸਾਲ ਉਮਰ ਛੋਟੀ ਕਾਹਨੂੰ ਕਰਨੀ ਹੈ। ਤੁਸੀਂ ਵੀ ਖੁਸ਼ ਰਹੋ, ਆਬਾਦ ਰਹੋ। ਜਿੰਨਾ ਬਿਲਕੁਲ ਖੇੜਾ ਵੰਡੋਗੇ ਤੁਹਾਡੇ ਅੰਦਰ ਓਨੀ ਖੂਬਸੂਰਤੀ ਤੁਹਾਡੇ ਅੰਦਰ ਵੀ ਜਾਗੇ। ਬਿਲਕੁਲ ਬਿਲकुल, क्योंकि जेकर असी खुश रहेंगे, परिवार खुश रहूगा, परिवार खुश रहेगा तो समाज खुश रहेगा, और समाज खुश रहेगा तो सब कुछ ही सोहना सोहना सानू लगेगा, क्योंकि बिकॉज लाइफ इज़ एक्चुअली वेरी ब्यूटीफुल। सो अज के इस खास प्रोग्राम ਦੇ ਵਿੱਚ ਮੈਮ ਇੰਨੀਆਂ ਸੋਹਣੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ, तमाम ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਇੰਨਾ ਹੀ। ਦੇਸ਼ ਵਿਦੇਸ਼ ਦੇ तमाम ਪ੍ਰੋਗਰਾਮਸ ਤੇ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।